ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। ਮੈਂ ਲਖਵਿੰਦਰ ਕੌਸ਼ਿਕ। ਅੱਜ ਅਸੀਂ ਇੱਥੇ ਇੰਟਰਨੈਸ਼ਨਲ ਵਰਕਰਸ ਵੱਲੋਂ ਜਿਹੜੀ 2 ਦਿਨ ਦੀ ਸਟ੍ਰਾਈਕ ਕੀਤੀ ਗਈ ਹੈ ਮੈਨੀਟੋਬਾ ਦੇ ਵਿੱਚ, ਕਿਉਂਕਿ ਇਹਨਾਂ ਦੀ PNP ਦੇ ਜਿਹੜੇ ਕਾਫੀ ਲੰਮੇ ਚਿਰ ਤੋਂ ਮਸਲੇ ਚੱਲਦੇ ਨੇ। ਸਾਡੇ ਨਾਲ ਇਸ ਜਿਨ੍ਹਾਂ ਨੇ ਜਿਹੜਾ ਸਾਰਾ ਇਹ ਆਰਗੇਨਾਈਜ਼ ਕੀਤਾ ਸਾਡੇ ਨਾਲ ਖੜੇ ਨੇ ਵੀਰ ਜੀ, ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਇੰਦਰ ਜੀ, ਕੀ ਕਹਿਣਾ ਚਾਹੋਗੇ ਸਰ? ਹਾਂਜੀ ਬਿਲਕੁਲ ਜੀ। ਤੇ ਜਿਵੇਂ ਕਿ ਤੁਸੀਂ ਕਿਹਾ ਕਿ ਆਰਗੇਨਾਈਜ਼ ਹੈ, ਜਿਵੇਂ ਕਿ ਸਾਰੇ ਸਟੂਡੈਂਟ ਵੱਲੋਂ ਆਪ ਮੁਹਾਰਾ ਇਕੱਠ ਹੈ ਇੱਥੇ ਜੀ, ਠੀਕ ਹੈ। ਤੇ ਸਾਰਿਆਂ ਨੂੰ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਆ। ਸਾਰਿਆਂ ਨੇ ਰਲ ਮਿਲ ਕੇ ਇਹ ਚੀਜ਼ ਨੂੰ ਇੱਕ ਇਕੱਠਾ ਪਲੇਟਫਾਰਮ ਤੇ ਲੈ ਕੇ ਆਏ ਆ। ਤੇ ਮਸਲੇ ਕੀ ਹੈ ਕਿ ਮਸਲੇ ਇਹ ਹੈ ਕਿ ਜਿੱਦਾਂ ਇੰਟਰਨੈਸ਼ਨਲ ਸਟੂਡੈਂਟ ਜਦੋਂ ਆਉਂਦੇ ਆ ਜੀ, ਉਹਨਾਂ ਨੂੰ ਗ੍ਰੈਜੂਏਟ ਹੋਣ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ, ਕਈਆਂ ਨੂੰ 1 ਸਾਲ ਦਾ ਮਿਲਦਾ, ਡਿਪੈਂਡਿੰਗ ਕਿ ਉਹਨਾਂ ਦੀ ਸਟੱਡੀ ਕਿੰਨੇ ਚਿਰ ਦੀ ਹੈ। ਫਿਰ ਕੀ ਹੁੰਦਾ ਕਿ ਉਹ ਜਿਹੜੇ ਤੇ ਦੂਸਰੀ ਪ੍ਰੋਵਿੰਸ 'ਚ ਪੜ੍ਹੇ, ਕੋਈ ਓਨਟਾਰੀਓ 'ਚ ਪੜ੍ਹਿਆ, ਕੋਈ BC 'ਚ ਪੜ੍ਹਿਆ, ਉਹ ਮੈਨੀਟੋਬਾ ਮੂਵ ਹੋ ਜਾਂਦੇ। ਕਈਆਂ ਦੇ ਇੱਥੇ ਫਰੈਂਡ ਆ ਤਾਂ ਕਰਕੇ ਮੂਵ ਹੋ ਜਾਂਦੇ, ਕਈਆਂ ਨੂੰ ਇੱਥੇ ਵਧੀਆ ਜੋਬ ਓਪਰਚੁਨਿਟੀਜ਼ ਮਿਲਦੀਆਂ ਤਾਂ ਮੂਵ ਹੁੰਦੇ ਆ। ਅਤੇ ਕਿਤੇ ਨਾ ਕਿਤੇ ਇਹ ਵੀ ਵੇਖਿਆ ਜਾਵੇ ਕਿ ਇੱਥੋਂ ਦਾ ਜਿਹੜਾ PNP ਪ੍ਰੋਗਰਾਮ ਹੈ ਉਹ ਵੀ ਕਾਫੀ ਵਧੀਆ ਉਹਨਾਂ ਦੀ ਓਪਰਚੁਨਿਟੀ ਦੇ ਕਿ ਜੇ ਉਹ 3 ਸਾਲ ਦੇ ਵਰਕ ਪਰਮਿਟ ਨੂੰ ਇੱਥੇ ਆਪਣਾ ਯੂਟੀਲਾਈਜ਼ ਕਰਨਗੇ ਅਤੇ ਅੱਗੇ ਉਹਨਾਂ ਦਾ ਇੱਕ ਪਰਮਾਨੈਂਟ ਰੈਜ਼ੀਡੈਂਸੀ ਦਾ ਰਸਤਾ ਵੀ ਖੁੱਲ੍ਹ ਜਾਂਦਾ, ਜਿਹੜਾ ਕਿ ਕਾਫੀ ਲੋਕਾਂ ਦਾ ਡਰੀਮ ਹੁੰਦਾ ਕਿ ਉਹ ਵਾਪਸ ਨਾ ਜਾਣ ਤੇ ਇੱਥੇ ਰਹਿਣ। ਤੇ ਚਲੋ ਸਾਰਿਆਂ ਦਾ ਇੱਕ ਹੱਕ ਹੈ, ਮੋਸਟਲੀ ਹਰ ਇੱਕ ਦਾ ਹੀ ਡਰੀਮ ਹੁੰਦਾ ਵੀ ਉਹ PR ਹੋਵੇ। ਬਿਲਕੁਲ ਜੀ। ਸੋ ਉਹਦਾ ਕਰਕੇ ਉਹ ਪੱਖ ਦੇ ਤੌਰ ਤੇ ਇੱਥੇ ਆਉਂਦੇ ਆ, ਆਪਦੀ ਇੱਥੇ ਲਾਈਫ ਸਟਾਈਲ ਜਿਹੜਾ ਵਾ ਇੱਥੋਂ ਦੇ ਹਿਸਾਬ ਨਾਲ ਅਡਾਪਟ ਕਰਦੇ ਆ। ਜਿਵੇਂ ਵੀ ਇੱਥੇ ਭਾਵੇਂ ਠੰਡ ਆ, ਜਿਵੇਂ ਵੀ ਇੱਥੇ ਰਹਿੰਦੇ ਆ, ਠੀਕ ਹੈ। ਕੀ ਹੁੰਦਾ ਸੀ ਕਿ ਅੱਜ ਤੋਂ 2 ਸਾਲ ਪਹਿਲਾਂ ਤੱਕ ਘੱਟ ਜਾਣੇ ਇੱਥੇ ਮੂਵ ਹੁੰਦੇ ਸੀ। ਉਹਦੇ ਹਿਸਾਬ ਨਾਲ PNP ਦੇ ਵਿੱਚ ਸਾਰਿਆਂ ਨੂੰ ਇਨਵੀਟੇਸ਼ਨ ਆ ਕੇ ਤੇ PNP ਉਹਨਾਂ ਦੀ ਹੋ ਜਾਂਦੀ ਸੀ। ਕੁਛ ਪਿਛਲੇ 1-2 ਸਾਲ ਤੋਂ ਸਟੂਡੈਂਟ ਵੀ ਗ੍ਰੈਜੂਏਟ ਹੋਣ ਤੋਂ ਬਾਅਦ ਇੱਥੇ ਜ਼ਿਆਦਾ ਆਉਣ ਲੱਗ ਗਏ ਜੀ। ਰੌਣਕਾਂ ਲੱਗ ਗਈਆਂ ਵਿਨੀਪੈਗ ਦੇ ਵਿੱਚ ਵੀ, ਵਧੀਆ ਹੋ ਗਿਆ ਸਾਰੇ। ਜਿੱਦਾਂ ਹੁਣ ਆਪਣੇ ਕਈ ਵਾਰੀ ਪ੍ਰੋਗਰਾਮ ਵੀ ਤੁਸੀਂ ਵੇਖੋ ਸੱਭਿਆਚਾਰਕ, ਸਾਰੇ ਆਪਣੇ ਸਟੂਡੈਂਟ ਹੀ ਕਾਫੀ ਇਵੈਂਟਸ ਨੇ ਜਿੰਨੇ ਵੀ ਜਿਹੜੇ ਬਾਹਰੋਂ ਸਟੂਡੈਂਟਸ ਆਏ ਨੇ ਮੈਨੀਟੋਬਾ ਦੇ ਵਿੱਚ, ਉਹ ਹਿੱਸਾ ਲੈਂਦੇ ਨੇ, ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਬਿਲਕੁਲ ਬਿਲਕੁਲ। ਤੁਸੀਂ ਕੋਈ ਕਨਸਰਟ ਚੱਲ ਜਾਓ, ਉਹਦੇ 'ਚ 70% ਦੇ ਆਸ-ਪਾਸ ਤੇ ਸਟੂਡੈਂਟਾਂ ਨੇ ਟਿਕਟਾਂ ਖਰੀਦ ਕੇ ਜਾਂਦੇ। ਉਹ ਇੱਕ ਹਰੇਕ ਤਰੀਕੇ ਦੇ ਨਾਲ ਮੈਨੀਟੋਬਾ ਦੀ ਇਕਨੋਮੀ ਨੂੰ ਸਪੋਰਟ ਕਰ ਰਹੇ ਹਨ। ਹੁਣ ਇਸ਼ੂ ਇਹ ਹੈ ਕਿ ਪਿਛਲੇ 2 ਸਾਲ ਤੋਂ ਆਲਮੋਸਟ 2 ਸਾਲ ਤੋਂ ਜਿਹੜੇ ਇੱਥੇ ਕੰਮ ਕਰ ਰਹੇ ਆ, ਉਹਨਾਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋਣ ਦੇ ਮਤਲਬ ਕਗਾਰ 'ਤੇ ਆ, ਅਤੇ ਉਹਨਾਂ ਨੂੰ ਕੋਈ ਇਨਵੀਟੇਸ਼ਨ ਨਹੀਂ ਆ ਰਿਹਾ, ਠੀਕ ਹੈ। ਇਨਵੀਟੇਸ਼ਨ ਮਤਲਬ ਕਿ ਉਹ PNP ਅਪਲਾਈ ਨਹੀਂ ਕਰ ਸਕਣਦੇ। ਜੇ PNP ਅਪਲਾਈ ਕਰਨਗੇ ਫਿਰ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਹੋਊਗਾ ਅਤੇ ਫਿਰ ਉਹਨਾਂ ਨੂੰ ਅੱਗੇ ਪੱਕੇ ਹੋਣ ਦਾ ਇੱਕ ਜ਼ਰੀਆ ਰਾਹ ਪੱਧਰਾ ਹੋਊਗਾ। ਹੁਣ ਇਹ ਕਾਫੀ ਟਾਈਮ ਤੋਂ ਸਟੂਡੈਂਟ ਈਮੇਲਾਂ ਕਰ ਰਹੇ ਸੀ PNP ਆਫਿਸ ਨੂੰ ਕਿ ਸਾਨੂੰ ਕੋਈ ਦੱਸੋ ਵੀ ਕਦੋਂ ਤੱਕ ਅਸੀਂ ਉਮੀਦ ਕਰ ਸਕਦੇ ਹਾਂ ਇਸ ਚੀਜ਼ ਦੀ, ਪਰ ਉਹਦਾ ਕੋਈ ਇਹਨਾਂ ਨੂੰ ਕੋਈ ਜਵਾਬ ਕਿਤੋਂ ਮਿਲਿਆ ਨਹੀਂ। ਸੋ ਇੱਥੇ ਇਕੱਠ ਕਰਨ ਦਾ ਇਹਨਾਂ ਦਾ ਇਹੀ ਮਤਲਬ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਨਾਂ ਦਾ ਇੱਕ ਰੋਸ ਆ ਉਹ ਸਰਕਾਰਾਂ ਤੱਕ ਪਹੁੰਚੇ, ਉਹ ਇਹਨਾਂ ਨੂੰ ਕੁਝ ਦੱਸੇ ਕਿ ਅੱਗੇ ਇਹਨਾਂ ਦਾ ਕੀ ਮਸਲੇ ਦਾ ਹੱਲ ਆ, ਕਿਸ ਤਰ੍ਹਾਂ ਉਹ ਰਾਹ ਪੱਧਰਾ ਹੋ ਸਕਦਾ। ਜਦੋਂ ਕੋਈ ਸਟੂਡੈਂਟ ਬਾਹਰਲੀ ਪ੍ਰੋਵਿੰਸ ਤੋਂ ਕਰਕੇ ਆਉਂਦਾ, ਉਹਦਾ ਚੱਕਰ ਇਹ ਪੈ ਜਾਂਦਾ ਕਿ ਉਹਦੇ ਜਿਹੜਾ ਮੈਨੀਟੋਬਾ PNP ਉਹ ਪੁਆਇੰਟ ਬੇਸ ਸਿਸਟਮ ਆ ਜੀ, ਠੀਕ ਹੈ। ਜੇ ਕਿਸੇ ਨੇ ਪ੍ਰੋਵਿੰਸ ਤੋਂ ਬਾਹਰ ਕੰਮ ਕਰ ਲਿਆ ਜਾਂ ਪੜ੍ਹਾਈ ਕਰ ਲਈ, ਉਹਦਾ 200 ਪੁਆਇੰਟ ਜਿਹੜਾ ਉਹ ਉਸ ਚੀਜ਼ ਦਾ ਕੱਟਿਆ ਜਾਂਦਾ, ਠੀਕ ਹੈ। ਹੁਣ ਦੇਖਦੇ ਹਾਂ ਕਿ ਜਦੋਂ ਕੋਈ ਉੱਥੇ ਬਾਹਰ ਪੜ੍ਹ ਰਿਹਾ, ਉਹਨੇ ਨਾਲ ਦੀ ਨਾਲ ਕੰਮ ਤੇ ਚਲੋ ਕਰਨੇ ਆਪਣੇ ਖਰਚੇ ਕੱਢਣ, ਬਿਲਕੁਲ ਠੀਕ ਹੈ। ਕੰਮ ਕੀਤੇ ਬਿਨਾਂ ਕਿਸੇ ਦਾ ਸਰਦਾ ਨਹੀਂ। ਉਹਦੇ 200 ਪੁਆਇੰਟ ਜਿਹੜਾ ਕੱਟਿਆ ਜਾਂਦਾ ਉਹ ਕਾਫੀ ਜ਼ਿਆਦਾ ਪੁਆਇੰਟ ਆ ਜਿਹੜੇ ਕਿ ਉਹ ਕੱਟੇ ਜਾਂਦੇ ਆ। ਭਾਵੇਂ ਕਿਸੇ ਨੇ ਇੱਕ ਦਿਨ ਵੀ ਕੰਮ ਕੀਤਾ, ਉਹਦਾ ਵੀ 100 ਪੁਆਇੰਟ ਉਸ ਚੀਜ਼ ਦਾ ਕੱਟਿਆ ਜਾਂਦਾ ਅਤੇ 100 ਪੁਆਇੰਟ ਪੜ੍ਹਾਈ ਦਾ ਕੱਟਿਆ ਜਾਂਦਾ। ਉਹਦਾ ਕਰਕੇ ਉਹਨਾਂ ਦੇ 200 ਪੁਆਇੰਟ ਕੱਟੇ ਹੋਣ ਕਰਕੇ ਉਹਨਾਂ ਦਾ ਜਿਹੜਾ ਸਕੋਰ ਆ ਉਹ ਕਾਫੀ 600 ਆਸ-ਪਾਸ ਰਹਿ ਜਾਂਦਾ, ਬਲਕਿ ਜਿਹੜੇ ਡਰਾਅ ਆ ਉਹ 700 ਤੋਂ ਉੱਪਰ ਹੁੰਦੇ। ਸੋ ਉਹਨਾਂ ਨੂੰ ਨਿਰਾਸ਼ਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਡਰਾਅ ਜਿਹੜਾ ਅਬਵ 700 ਹੀ ਚੱਲਦਾ ਹੈਗਾ, ਤਾਂ ਕਿ ਮਤਲਬ ਕਾਫੀ ਜਿਹੜੇ ਸਟੂਡੈਂਟਸ ਬਾਹਰਲੇ ਪ੍ਰੋਵਿੰਸ ਤੋਂ ਮੂਵ ਹੋਏ ਨੇ, ਉਹ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ। ਬਿਲਕੁਲ ਪਿਛਲੇ ਕਹਿ ਲਓ ਕਿ ਤੁਸੀਂ 1.5 ਸਾਲ ਤੋਂ ਲਗਭਗ ਵੀ ਕਾਫੀ ਉੱਪਰ ਚੱਲ ਰਿਹਾ। ਪਹਿਲਾਂ ਕਾਫੀ ਟਾਈਮ ਦੇਖੀਏ ਕਿ 2020 ਤੱਕ ਦੇ ਡਰਾਅ ਜਿਹੜੇ ਆ 500 ਤੋਂ ਥੱਲੇ ਹੀ ਹੁੰਦਾ ਸੀ, ਠੀਕ ਹੈ। ਪਰ ਜਿਵੇਂ ਹੁਣ ਮੈਨੀਟੋਬਾ ਇੱਕ ਫੇਵਰੇਟ ਡੈਸਟੀਨੇਸ਼ਨ ਬਣ ਰਹੀ ਹੈ ਸਾਰਿਆਂ ਦੀ, ਅਤੇ ਉਹਦੇ ਨਾਲ ਮੈਨੀਟੋਬਾ ਦੇ ਵਿੱਚ ਵੀ ਜਿੱਦਾਂ ਤੁਹਾਨੂੰ ਕਿਹਾ ਕਿ ਰੌਣਕਾਂ ਲੱਗ ਰਹੀਆਂ, ਸਾਰੇ ਜਣੇ ਇੱਥੇ ਆਪਣੀਆਂ ਪ੍ਰੋਪਰਟੀਜ਼ ਲੈ ਰਹੇ ਆ, ਮੈਨੀਟੋਬਾ ਦੀ ਇਕਨੋਮੀ ਗਰੋ ਹੋ ਰਹੀ ਆ, ਯੰਗਸਟਰਸ ਇੱਥੇ ਆ ਰਹੇ ਆ ਵੱਧ ਤੋਂ ਵੱਧ। ਅਤੇ ਉਹ ਚੀਜ਼ ਦਾ ਇੱਕ ਮੈਨੀਟੋਬਾ ਨੂੰ ਮੈਨੂੰ ਚਾਹੀਦਾ ਕਿ ਪੋਜ਼ੀਟਿਵਿਟੀ ਦੇ ਵਿੱਚ ਲੈ ਕੇ ਉਹ ਚੀਜ਼ ਦਾ ਫਾਇਦਾ ਚੁੱਕਣਾ ਚਾਹੀਦਾ ਕਿ ਇੱਕ ਯੰਗ ਜਿਹੜੀ ਲੇਬਰ ਆ ਇੱਥੇ, ਉਹ ਇੱਥੋਂ ਦੀ ਸਪੋਰਟ ਕਰਨ ਨੂੰ ਇਕਨੋਮੀ ਨੂੰ ਆ ਰਹੀ ਹੈ। ਕੱਲ੍ਹ ਨੂੰ ਆਪਣੇ ਘਰ ਵੀ ਖਰੀਦਣਗੇ, ਫੈਮਲੀਜ਼ ਇੱਥੇ ਰੇਜ਼ ਕਰਨਗੇ, ਅਤੇ ਗਾਂ ਦੀ ਗਾਂ ਮੈਨੀਟੋਬਾ ਦੇ ਲਈ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਇਹਨੂੰ ਮੈਨੀਟੋਬਾ ਸਰਕਾਰਾਂ ਨੂੰ ਲੂਜ਼ ਨਹੀਂ ਕਰਨਾ ਚਾਹੀਦਾ ਕਿ ਕੋਈ ਇੱਥੋਂ ਨਿਰਾਸ਼ ਹੋ ਕੇ ਵਾਪਸ ਕਿਸੇ ਹੋਰ ਪ੍ਰੋਵਿੰਸ 'ਚ ਜਾਵੇ।
ਬਿਲਕੁਲ ਜੀ, ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਗਵਰਨਮੈਂਟ ਨੂੰ ਚਾਹੀਦਾ, ਕਿਉਂਕਿ ਜਿਹੜੇ ਇਕਨੋਮੀ ਦੇ ਵਿੱਚ ਹਿੱਸਾ ਪਾਉਂਦੇ ਆ ਉਹ ਸਟੂਡੈਂਟ ਪਾਉਂਦੇ ਨੇ। ਉਹ ਇੰਡੀਆ ਦੇ ਵਿੱਚੋਂ ਜਾਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਬੈਕ ਹੋਮ ਦੇ ਵਿੱਚੋਂ ਚੰਗਾ ਪੈਸਾ ਵੀ ਲੈ ਕੇ ਆਉਂਦੇ ਨੇ, ਇੱਥੇ ਇਕਨੋਮੀ ਦੇ ਵਿੱਚ ਹਿੱਸਾ ਪਾਉਂਦੇ ਨੇ, ਇੱਥੇ ਕੰਮ ਕਰਦੇ ਨੇ, ਗਵਰਨਮੈਂਟ ਨੂੰ ਟੈਕਸ ਪੇ ਕਰਦੇ ਨੇ। ਪਰ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ, ਜਿਹੜੇ ਲੀਡਰ ਸਟੂਡੈਂਟਸ ਦੀ ਇਨਕਮ, ਚਾਹੇ ਸਟੂਡੈਂਟ ਆ ਚਾਹੇ PR ਆ, ਕੋਈ ਵੀ ਬੰਦਾ ਹੈਗਾ ਜਿਹੜਾ ਇੱਥੇ ਟੈਕਸ ਪੇ ਕਰਦਾ ਹੈਗਾ, ਉਹਦੇ ਟੈਕਸ ਦੇ ਸਹਾਰੇ ਉਹਨਾਂ ਦੇ ਜਿਹੜੇ ਤਨਖਾਹਾਂ ਮਿਲਦੀਆਂ ਨੇ, ਉਹਨਾਂ ਦੇ ਘਰ-ਬਾਰ ਚੱਲਦੇ ਨੇ। ਇਹਨਾਂ ਬਾਰੇ ਵੀ ਕੁਝ ਸੋਚਣਾ ਚਾਹੀਦਾ। ਤੁਸੀਂ ਕਹੋਗੇ ਵੀਰ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਦਿਲਪ੍ਰੀਤ ਹੈ ਤੇ ਮੈਂ ਵੀ ਇੱਥੇ ਇੱਕ ਇੰਟਰਨੈਸ਼ਨਲ ਟੈਂਪਰੇਰੀ ਵਰਕਰ ਹਾਂ ਜੀ। ਜਿਵੇਂ ਵੱਡੇ ਵੀਰ ਇੰਦਰਜੀਤ ਭਾਈ ਨੇ ਦੱਸਿਆ, ਸਾਰਾ ਕੁਝ ਐਕਸਪਲੇਨ ਕੀਤਾ ਹੈ ਵੀ ਅਸੀਂ ਕਿਸ ਪ੍ਰੋਬਲਮ ਤੋਂ ਨਿਕਲ ਰਹੇ ਨੇ ਤੇ ਅਸੀਂ ਵੀ, ਮੇਰੀ ਤਾਂ ਫਸਟ ਪ੍ਰਾਇੋਰਟੀ ਮੈਂ ਆਪਣੀ ਦੱਸਦਾ ਵੀ ਮੇਰੀ ਇੱਥੇ ਆਉਣ ਦੀ ਹੀ ਸੀ। ਤੇ 2018 ਵਿੱਚ ਜਦੋਂ ਮੈਂ ਇੱਥੇ ਆਉਣਾ ਚਾਹੁੰਦਾ ਸੀ ਤੇ ਉਦੋਂ ਮੈਨੂੰ ਇੱਥੇ ਸੀਟ ਨਹੀਂ ਮਿਲੀ, ਕਿਉਂਕਿ ਇੱਥੇ ਸਿਰਫ 4 ਹੀ ਕਾਲਜ ਨੇ ਤੇ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਉੱਥੇ ਸੀਟ ਨਹੀਂ ਮਿਲ ਸਕਦੀ ਸੀ। ਹਾਲਾਂਕਿ ਮੇਰੀ ਖੁਦ ਦੀ ਸਿਸਟਰ ਇੱਥੇ ਸਿਟੀਜ਼ਨ ਨੇ ਤੇ ਮੈਂ ਚਾਹੁੰਦਾ ਸੀ ਵੀ ਮੈਂ ਇੱਥੇ ਹੀ ਆ ਕੇ ਰਵਾਂ, ਪਰ ਇਹ ਮਜਬੂਰੀ ਕਰਕੇ ਮੈਨੂੰ ਜਾ ਕੇ ਬਾਹਰ ਕਿਊਬੈਕ ਦੇ ਵਿੱਚੋਂ ਪੜ੍ਹਨਾ ਪਿਆ। ਤੇ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ, ਪਲਾਨ ਕੀਤਾ ਵੀ ਹੁਣ ਮੈਂ ਆਪਣੇ ਫੈਮਿਲੀ ਨਾਲ ਤੇ ਮੈਨੀਟੋਬਾ ਦੇ ਲਈ ਕੁਝ ਕਰਾਂ, ਕਿਉਂਕਿ ਮੈਨੂੰ ਇੱਥੇ ਵਧੀਆ ਜੌਬ ਮਿਲ ਗਈ ਸੀ ਤੇ ਮੈਂ ਉਹਦੇ ਲਈ ਆਪਣਾ ਪੂਰਾ ਕੋਸ਼ਿਸ਼ ਕੀਤੀ ਹੈ ਵੀ ਮੈਂ ਇੱਥੇ ਆ ਕੇ ਆਪਣਾ ਸੈਟਲਮੈਂਟ ਕਰ ਸਕਾਂ, ਸਾਰਾ ਸਿਸਟਮ ਰੱਖ ਸਕਾਂ। ਤੇ ਜਦੋਂ 2 ਸਾਲ ਮੈਂ ਇੱਥੇ ਹੁਣ ਲਾ ਲਏ ਨੇ ਤੇ ਹੁਣ ਤੱਕ ਸਾਡੇ ਡਰੋ, ਜਿਵੇਂ ਕਿ ਸਭ ਨੂੰ ਪਤਾ ਵੀ ਬਹੁਤ ਹਾਈ ਜਾ ਰਹੇ ਨੇ। ਅਸੀਂ ਚਾਹੁੰਦੇ ਨੇ ਕਿ ਹਰ ਕਿਸੇ ਨੂੰ ਇੱਕ ਫੇਅਰ ਚਾਂਸ ਮਿਲਿਆ ਜਾਵੇ, ਕਿਉਂਕਿ ਅਸੀਂ ਵੀ ਉਨਾ ਹੀ ਟੈਕਸ ਸਭ ਜਾਣੇ ਬੱਚੇ ਜਿਹੜੇ ਹੈਗੇ ਆ ਪੇ ਕਰਦੇ ਨੇ। ਹਾਂਜੀ, ਤੇ ਜਦੋਂ ਅਸੀਂ ਪੇ ਕਰਦੇ ਨੇ ਤਾਂ ਸਾਡੇ ਨਾਲ ਬੈਠ ਕੇ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਹੈ, ਟੇਬਲ ਟਾਕ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਵਰਗੇ ਕਿੰਨੇ ਬੱਚੇ ਉਰੇ ਬੈਠੇ ਨੇ ਜਿਹੜੇ ਉਮੀਦਾਂ ਲੈ ਕੇ ਆਏ ਨੇ ਜੀ ਅੱਜ। So they are so depressed and you know the panic. So they are trying to move to the another province, and they are finding their other options to get the permanent residency in Canada. So I also moved in 2021 to the Manitoba. So I got the job here. I did the business journal study, so I want to be a businessman. So I thought Manitoba is the best option. I like Winnipeg because there is no the competition level is low. So I want to be open the restaurant, so Punjabi restaurant here. So help the community, and that was the best option for me. But now the situation is bad. We're not getting the invitation from last 2 years. We already pay the taxes here to the government, so the government should listen the voice of the students, so they can get their rights. ਬਿਲਕੁਲ ਜੀ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਇੱਥੇ ਇਹ ਮੂਵ ਹੋਏ ਨੇ, ਇੱਥੇ ਆਪਣਾ ਇੱਕ ਬਿਜ਼ਨਸ ਖੋਲ੍ਹਣਾ ਚਾਹੁੰਦੇ ਨੇ। ਬਿਜ਼ਨਸ ਓਪਰਚੁਨਿਟੀ ਗਵਰਨਮੈਂਟ ਨੂੰ ਚਾਹੀਦਾ ਹੈਗਾ ਵੀ ਇਸ ਤਰ੍ਹਾਂ ਦੇ ਜਿਹੜੇ ਯੰਗ ਸਟੂਡੈਂਟਸ ਨੇ ਜਾਂ ਯੰਗ ਬੱਚੇ ਆਉਂਦੇ ਨੇ, ਕਿਸੇ ਵੀ ਪ੍ਰੋਵਿੰਸ ਦੇ ਵਿੱਚੋਂ ਮੂਵ ਹੋ ਕੇ ਆਉਂਦੇ ਨੇ, ਆਪਣਾ ਬਿਜ਼ਨਸ ਵੀ ਖੋਲ੍ਹਣਾ ਚਾਹੁੰਦੇ ਨੇ, ਹੋਰ ਬੰਦਿਆਂ ਨੂੰ ਵੀ ਇਹ ਜੌਬ ਦੇਣਗੇ ਤੇ ਉਹਦੀ ਜਿਹੜੀ ਕਿਤੇ ਨਾ ਕਿਤੇ ਜਿਹੜਾ ਫਾਇਦਾ ਉਹ ਸਰਕਾਰ ਨੂੰ ਹੋਣਾ ਹੈਗਾ। ਮੈਂ ਇੱਕ ਵੀ ਪੁੱਛਣਾ ਚਾਹੂੰਗਾ ਜੀ ਵੀ ਕੀ ਤੁਸੀਂ ਮਤਲਬ ਕਿਸੇ ਸਰਕਾਰੀ ਨੁਮਾਇੰਦੇ ਜਿਹੜੇ MLA ਨੇ, MP ਨੇ ਜਾਂ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨਾਲ ਕਿਸੇ ਨਾਲ ਗੱਲ ਹੋਈ ਤੁਹਾਡੀ? ਹਾਂਜੀ, ਉਹਨਾਂ ਨੂੰ ਈਮੇਲਸ ਦੇ ਥਰੂ ਸਟੂਡੈਂਟਸ ਨੇ, ਆਈ ਮੀਨ ਵਰਕਰ ਹੀ ਇਹਨਾਂ ਨੂੰ ਕਹੀਏ ਆਪਾਂ ਹੁਣ, ਕਿਉਂਕਿ ਵਰਕਰ ਆ, ਤੇ ਇਹਨਾਂ ਨੇ ਈਮੇਲਾਂ ਕੀਤੀਆਂ ਉਹਨਾਂ ਦੇ ਆਫਿਸ ਤੋਂ। ਕੋਈ ਇਹਨਾਂ ਨੂੰ ਮੀਟਿੰਗ, ਜਿਹੜੀ ਅਫੀਸ਼ੀਅਲ ਮੀਟਿੰਗ ਕੋਈ ਨਹੀਂ ਹੋਈ। ਜਿੱਦਾਂ ਉਹਨਾਂ ਦੇ ਕਾਫੀ ਮੀਟਿੰਗਸ ਹੁੰਦੀਆਂ ਤੇ ਕੋਈ ਸਟੂਡੈਂਟਸ ਜਿਹੜੇ ਉਹਨਾਂ ਦੇ ਉੱਧਰ ਕਨਸਟੀਟਿਊਂਸੀ 'ਚ ਰਹਿੰਦੇ ਸੀ, ਉਹ ਉੱਥੇ ਉਹਨਾਂ ਨੂੰ ਮਿਲੇ ਕਿਸੇ ਰੈਸਟੋਰੈਂਟ ਦੇ ਉੱਪਰ, ਤੇ ਉੱਥੇ ਥੋੜ੍ਹੇ ਬਹੁਤ ਉਹਨਾਂ ਨੇ ਮਸਲੇ ਆਪਣੇ ਉਹਨਾਂ ਨੂੰ ਦੱਸੇ ਆ। ਉਹਨਾਂ ਵੱਲੋਂ ਅਜੇ ਉਹਨਾਂ ਨੇ ਇਹੀ ਕਿਹਾ ਸੀ ਕਿ ਕੋਈ ਉਹ ਪ੍ਰੋਗਰਾਮ ਲੈ ਕੇ ਆਉਣਗੇ ਜਾਂ ਕੁਝ ਦੱਸਣਗੇ, ਤੇ ਇਹ ਤੇ ਦੇਖੋ ਸਰਕਾਰਾਂ ਵੱਲੋਂ ਤੇ ਕੋਈ ਜਿਹੜੀ ਚੀਜ਼ ਵੀ ਹੋਣੀ ਆ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਉਹ ਅਫੀਸ਼ੀਅਲ ਰਿਲੀਜ਼ ਕਰਨਗੇ ਕੋਈ ਚੀਜ਼, ਜਾਂ ਕੋਈ ਆਪਦੇ ਵੱਲੋਂ ਉਹ ਮੀਡੀਆ ਦੇ ਸਾਹਮਣੇ ਬਿਆਨ ਦੇਣ। ਤੇ ਉਹੀ ਇੱਕ ਉਮੀਦ ਹੈ ਕਿ ਦੇਖੋ ਜਿਵੇਂ ਹੁਣ ਇਹ ਵੀ ਪ੍ਰੋਗਰਾਮ ਹੋ ਰਿਹਾ ਜੀ, ਇੱਥੇ ਵੀ ਸਾਰੇ ਉਹ ਜਿਹੜੇ ਆ ਨੁਮਾਇੰਦੇ, ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਸੀ ਜੀ। ਉਹ ਇੱਥੇ ਆ ਕੇ ਆਪਦਾ ਪੱਖ ਰੱਖਣ। ਉਹਦੇ ਨਾਲ ਕੀ ਹੈ ਕਿ ਜਿਹੜੇ ਇੱਥੇ ਸਟ੍ਰੈਸ ਦੇ ਵਿੱਚ ਆ ਸਾਰੇ, ਉਹਨਾਂ ਨੂੰ ਇੱਕ ਵਧੀਆ ਇੱਕ ਸੈਟਿਸਫੈਕਸ਼ਨ ਮਿਲੂਗੀ ਕਿ ਹਾਂ ਕਿ ਕੋਈ ਸਾਡੀ ਆਵਾਜ਼ ਸੁਣ ਰਿਹਾ ਤੇ ਸਾਡਾ ਕੋਈ ਇੱਥੇ ਹੱਲ ਹੋਊਗਾ। ਹਾਂਜੀ, ਪਰ ਅਜੇ ਤੱਕ ਕੋਈ ਵੀ ਕੋਈ ਪੁਖਤਾ ਜਿਹੜੀ ਕੋਈ ਗੱਲ ਆ ਉਹ ਕਿਸੇ ਵੱਲੋਂ, ਕਿਸੇ ਪੋਲੀਟੀਕਲ ਪਾਰਟੀ ਵੱਲੋਂ, ਕਿਸੇ ਗਵਰਨਮੈਂਟ ਨੁਮਾਇੰਦੇ ਵੱਲੋਂ ਅੱਗੇ ਨਹੀਂ ਆਈ। ਕੀ ਕੋਈ ਆਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕੀਤਾ? ਕਿਉਂਕਿ ਆਪੋਜੀਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਜਦੋਂ ਸਰਕਾਰ ਦੇ ਸਰਕਾਰ ਨੂੰ ਮਤਲਬ ਕੰਨ ਤੇ ਜੂੰ ਨਾ ਸਰਕੇ, ਜਿਵੇਂ ਆਪਾਂ ਪੰਜਾਬੀ 'ਚ ਸਿੱਧਾ ਕਹਿ ਦਿੰਦੇ ਹਾਂ ਵੀ ਆਪੋਜੀਸ਼ਨ ਵੀ ਉਹਨੂੰ ਜਗਾਉਂਦੀ ਆ, ਵੀ ਇਹਨਾਂ ਦੀ ਵੀ ਸੁਣੋ। ਕੀ ਤੁਸੀਂ ਤੁਹਾਡੇ ਨਾਲ ਕਿਸੇ ਨਾਲ ਸੰਪਰਕ ਹੋਇਆ? ਹਾਂਜੀ, ਇਹਨਾਂ ਨੂੰ ਦੇਖੋ ਆਪੋਜੀਸ਼ਨ, ਕਿਉਂਕਿ ਇਸ ਵਕਤ ਕੀ ਹੈ ਕਿ ਸਾਰੇ ਆਪਾਂ ਇਹ ਨਹੀਂ ਸੋਚ ਰਹੇ ਕਿ ਆਪਾਂ ਕੋਈ ਇਸ ਨੂੰ ਪੋਲੀਟੀਕਲ ਮੁੱਦਾ ਵਾ ਕਿ ਆਪੋਜੀਸ਼ਨ ਨੂੰ ਅੱਗੇ ਜਿੰਨੇ ਵੀ ਜਿੱਥੋਂ ਤੱਕ ਵੀ ਕਿਸੇ ਦੀ ਆਵਾਜ਼ ਪਾਉਣੀ, ਸਾਰਿਆਂ ਨੂੰ ਰੀਚ ਕਰ ਰਹੇ ਆ। ਜਿਹੜੀਆਂ ਦੂਜੀਆਂ ਪਾਰਟੀਆਂ NDP ਆ, ਜੇ ਲਿਬਰਲ ਆ, ਉਹਨਾਂ ਨੂੰ ਵੀ ਕੰਟੈਕਟ ਕੀਤਾ
ਕੀਤਾ ਜਾ ਰਿਹਾ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ। ਕੁਝ ਨੇ ਅੱਗੇ ਆ ਕੇ ਸਪੋਰਟ ਕੀਤੀ ਵੀ ਆ, ਕੁਝ ਲੈਟਰਾਂ ਲਿਖੀਆਂ ਨੇ ਉਹਨਾਂ ਨੇ, ਪਰ ਜਿਵੇਂ ਕਿ ਆ ਪ੍ਰੋਗਰਾਮ ਹੋ ਰਿਹਾ ਇੱਥੇ, ਇੱਕ ਉਹ ਵੀ ਬੜੀ ਇੱਕ ਲੋੜ ਹੈ ਕਿ ਉਹ ਇੱਥੇ ਪਹੁੰਚ ਕੇ, ਇੱਕ ਇਲੈਕਟਡ ਬੰਦਾ ਜਦੋਂ ਇੱਥੇ ਪਹੁੰਚ ਕੇ ਸਟੂਡੈਂਟਸ ਨਾਲ ਗੱਲ ਕਰਦਾ, ਉਹਦੇ ਨਾਲ ਕੀ ਹੈ ਕਿ ਸਟੂਡੈਂਟਸ ਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਹੈ, ਥੋੜਾ ਹੌਸਲਾ ਵੱਧਦਾ। ਠੀਕ ਹੈ, ਤੇ ਉਹ ਸਾਰਿਆਂ ਨੂੰ ਖੁੱਲਾ ਸੱਦਾ ਕਿ ਸਾਰੇ ਜਣਿਆਂ ਦਾ ਸਾਂਝਾ ਇੱਕ ਮਸਲਾ ਵਾ। ਠੀਕ ਹੈ, ਇੱਕ ਆਪਾਂ ਇੱਕੋ ਇਹ ਕਹਿੰਦੇ ਕਿ ਇੱਕੋ ਕਮਿਊਨਿਟੀ ਦਾ ਮਸਲਾ, ਇਹ ਸਾਰੇ ਮਤਲਬ ਮੈਨੀਟੋਬਾ ਦਾ ਮਸਲਾ, ਤੇ ਸਾਰੇ ਮੈਨੀਟੋਬਾ ਨੂੰ ਪਿਆਰ ਕਰਦੇ ਆ। ਤੇ ਮੈਂ ਖੁਦ ਕਿਸੇ ਹੋਰ ਪ੍ਰੋਵਿੰਸ 'ਚ ਸਟੱਡੀ ਕਰਕੇ ਤੇ ਇੱਥੇ ਆਇਆ ਸੀ, ਤੇ ਕਈ ਵਾਰੀ ਵੀ ਕਹਿ ਦਿੰਦੇ ਆ ਕਿ ਆਪਾਂ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਆ ਜਾਂ ਚਰਚਾ ਆਮ ਹੁੰਦੀ ਰਹਿੰਦੀ ਕਿ ਜੀ ਇਹਨਾਂ ਨੇ ਇੱਥੋਂ ਮੂਵ ਹੋ ਜਾਣਾ। ਮੈਨੂੰ 10 ਸਾਲ ਹੋ ਗਏ, ਮੈਂ ਵਿਨੀਪੈਗ 'ਚ ਰਹਿੰਦੇ, ਮੈਂ ਵੀ ਮੂਵ ਹੋਇਆ ਸੀ, ਆਪਣਾ ਇੱਥੇ ਕੰਮ ਆ, ਸਾਰਾ ਕੁਛ ਹੈ, ਇਦਾਂ ਦੀ ਕੋਈ ਗੱਲ ਨਹੀਂ ਆ। ਜਿੰਨੇ ਜੇ ਕੋਈ ਮੂਵ ਹੁੰਦਾ ਵੀ ਹੈ, ਕਈ ਲੋਕ ਉਹਨਾਂ 'ਚ ਵਾਪਸ ਫੇਰ ਵੀ ਆ ਜਾਂਦੇ ਇੱਥੇ। ਠੀਕ ਹੈ, ਇੱਕ ਉਮਰ ਹੁੰਦੀ ਹੈ ਹਰੇਕ ਬੰਦੇ ਦੀ। ਬਿਲਕੁਲ। ਤੇ ਜਦੋਂ ਬੰਦਾ ਉਹ ਸੋਚਦਾ ਕਿ ਹਾਂ ਕਿ ਉਹਨੇ ਆਪਣਾ ਘਰ ਲੈਣਾ, ਅੱਗੇ ਪਰਿਵਾਰ, ਅੱਗੇ ਇੱਥੇ ਵਸਾਉਣਾ, ਫਿਰ ਉਹ ਦੇਖਦੇ ਕਿ ਕਿੱਥੇ ਉਹਨਾਂ ਨੂੰ ਇੱਕ ਉਹਦੀ ਪੋਕਟ ਦੇ ਲਈ ਉਹ ਈਜ਼ੀ ਹੈ। ਤੇ ਮੈਨੀਟੋਬਾ ਜੇ ਵੀ ਦੇਖਿਆ ਜਾਵੇ ਤੇ ਬਾਕੀ ਪ੍ਰੋਵਿੰਸਾਂ ਦੇ ਕੰਪੈਰੀਜ਼ਨ ਦੇ ਵਿੱਚ ਅਫੋਰਡੇਬਲ ਪ੍ਰੋਵਿੰਸ ਆ, ਇਸ ਕਰਕੇ ਵੀ ਮੈਨੀਟੋਬਾ ਇੱਕ ਫੇਵਰੇਟ ਡੈਸਟੀਨੇਸ਼ਨ ਜਿਹੜੀ ਆ ਨਵੇਂ ਇਮੀਗ੍ਰੈਂਟਸ ਦੀ ਆ ਕਾਫੀ ਟਾਈਮ ਤੋਂ, ਤੇ ਅੱਗੇ ਵੀ ਅਜੇ ਚੱਲਦੀ ਜਾ ਰਹੀ ਆ। ਸੋ ਉਹਦੇ ਕਰਕੇ ਮੈਨੀਟੋਬਾ ਦੇ ਪ੍ਰੋਵਿੰਸ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਨਵੇਂ ਇਮੀਗ੍ਰੈਂਟਸ ਦੀ ਚੋਇਸ ਜੇ ਇਹ ਆ ਤੇ ਇਹਨੂੰ ਬਰਕਰਾਰ ਰੱਖਿਆ ਜਾਵੇ। ਬਿਲਕੁਲ ਜੀ, ਸਰਕਾਰ ਨੂੰ ਚਾਹੀਦਾ ਹੈਗਾ ਵੀ ਸਟੂਡੈਂਟਸ ਨੂੰ ਮੌਕਾ ਦੇਵੇ, ਕਿਉਂਕਿ ਇਹ ਉਹ ਸਟੂਡੈਂਟਸ ਨੇ, ਇਹਨਾਂ ਨੇ ਇੱਥੇ ਪੱਕੇ ਹੋ ਕੇ ਲੇਟਰ ਸੂਨਰ ਹੋ ਹੀ ਜਾਣਾ ਪੱਕੇ, ਪਰ ਇਹਨਾਂ ਨੇ ਵੀ ਸਿਟੀਜ਼ਨ ਬਣਨਾ ਤੇ ਇਹਨਾਂ ਦੀਆਂ ਵੋਟਾਂ ਦੀ ਵੀ ਲੀਡਰਾਂ ਨੂੰ ਜ਼ਰੂਰਤ ਰਹਿਣੀ ਹੈ। ਥੈਂਕ ਯੂ ਜੀ। ਬਿਲਕੁਲ। ਤੇ ਇਸ ਤੋਂ ਇਲਾਵਾ ਮੈਂ ਇਹੀ ਕਹੂੰਗਾ ਕਿ ਜਿਹੜੇ ਵੀ ਬਿਜ਼ਨਸ ਓਨਰ ਹੈ ਇੱਥੇ, ਜਿੱਦਾਂ ਵੀ ਕੋਈ ਸਰਵਿਸ ਸੈਕਟਰ ਦੇ ਵਿੱਚ ਆ, ਮੰਨ ਲਓ ਕੋਈ ਰੀਅਲ ਏਸਟੇਟ ਏਜੰਟ ਆ, ਕੋਈ ਇੰਸ਼ੋਰੈਂਸ ਵਾਲੇ ਆ, ਕੋਈ ਵੀ ਬੈਂਕਿੰਗ ਵਾਲੇ ਆ, ਉਹਨਾਂ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਘਰ ਜਦੋਂ ਲੈਣੇ ਆ, ਰੀਅਲ ਏਸਟੇਟ ਜਿਹੜੇ ਏਜੰਟ ਆ ਉਹਨਾਂ ਦੇ ਲਈ ਵੀ ਇੱਕ ਕਲਾਇੰਟ ਆ ਅੱਗੇ ਫਿਊਚਰ ਦੇ। ਠੀਕ ਹੈ, ਜੇ ਕੋਈ ਇੰਸ਼ੋਰੈਂਸ ਵਾਲਾ ਉਹਨਾਂ ਦੇ ਲਈ ਵੀ ਕਲਾਇੰਟ ਆ, ਜੇ ਕੋਈ ਰੈਸਟੋਰੈਂਟ ਵਾਲਾ ਵਾ, ਕੋਈ ਸ਼ੋਅ ਆਰਗੇਨਾਈਜ਼ ਕਰਦਾ, ਉਹ ਸਾਰਿਆਂ ਦੇ ਲਈ ਜਿਹੜੀ ਆ, ਇਹ ਸਾਰਿਆਂ ਦੀ ਜਿਹੜੀ ਸਟਰੈਂਥ ਆ ਉਹ ਉਹਨਾਂ ਨੂੰ ਸਪੋਰਟ ਕਰ ਰਹੀ ਆ। ਇਹਨਾਂ ਨੂੰ ਹੁਣ ਉਹਨਾਂ ਦੀ ਲੋੜ ਆ, ਉਹ ਸਾਰੇ ਜਣੇ ਹੱਕ 'ਚ ਖੜਨ, ਤੇ ਸਾਰੇ ਜਣੇ ਇਹਨਾਂ ਨੂੰ ਇੱਕ ਪਰਿਵਾਰ ਵਰਗੀ ਜਿਹੜੀ ਚੀਜ਼ ਹੈ ਉਹਨਾਂ ਨੂੰ ਫੀਲ ਹੋਵੇ ਕਿ ਇੱਥੇ ਆਪਣੇ ਘਰਾਂ ਤੋਂ ਏਡੀ ਦੂਰ ਬਾਹਰ ਵੀ ਇਹਨਾਂ ਦੀ ਸਪੋਰਟ ਕਰਨ ਦੇ ਵਿੱਚ ਸਾਰੇ ਜਣੇ ਇਹਨਾਂ ਦੇ ਨਾਲ ਖੜੇ ਆ। ਬਿਲਕੁਲ ਜੀ, ਜਿੰਨੇ ਵੀ ਇੱਥੇ ਬਿਜ਼ਨਸ ਓਨਰਸ ਨੇ ਹੈਗੇ, ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਜਿਹੜੇ ਇੱਥੇ ਇਹ ਵਰਕਰ ਨੇ, ਚਾਹੇ ਸਟੂਡੈਂਟ ਨੇ ਜਾਂ ਵਰਕਰ ਨੇ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਜਿਹੜਾ ਪਹੁੰਚਾਉਂਦੇ ਨੇ। ਕਿਤੇ ਕੋਈ ਰੈਸਟੋਰੈਂਟ ਤੇ ਬਾਏ ਕਰਨ ਜਾਂਦਾ, ਕੋਈ ਚੀਜ਼ ਰੈਸਟੋਰੈਂਟ ਤੇ ਖਾਣ ਜਾਂਦਾ ਹੈਗਾ, ਜਾਂ ਕਿਤੇ ਹੋਰ ਆਪਾਂ ਕਿਸੇ ਸਟੋਰ ਦੇ ਵਿੱਚ ਕੋਈ ਚੀਜ਼ ਬਾਏ ਕਰਦੇ ਹਾਂ, ਕੋਈ ਇੰਸ਼ੋਰੈਂਸ ਬਾਏ ਕਰਦਾ, ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਕੰਮ ਆ, ਕਿਤੇ ਵੀ ਕਿਸੇ ਕੋਈ ਗੱਡੀਆਂ ਵਾਲੇ ਨੇ, ਉਹਨਾਂ ਨੇ ਕਿਉਂਕਿ ਸਟੂਡੈਂਟ ਨੇ ਗੱਡੀਆਂ ਵੀ ਚਲਾਉਣੀਆਂ ਨੇ, ਗੱਡੀਆਂ ਵੀ ਲੈਣੀਆਂ ਹੈਗੀਆਂ ਨੇ, ਤਾਂ ਸਿੱਧੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਹਰ ਇੱਕ ਬਿਜ਼ਨਸ ਵਾਲੇ ਨੂੰ ਇਹ ਜਿਹੜੇ ਸਟੂਡੈਂਟਸ ਨੇ ਜਾਂ ਵਰਕਰ ਨੇ ਫਾਇਦਾ ਪਹੁੰਚਾ ਰਹੇ ਨੇ। ਸਾਰਿਆਂ ਨੂੰ ਇਕਮੁੱਠ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ, ਨਾ ਕਿ ਇਹਨਾਂ ਨੂੰ ਕੋਈ ਹੇਟ ਕਰਨੀ ਚਾਹੀਦੀ ਆ ਵੀ ਜੇ ਇਹ ਤੀਏ ਦਿਨ ਇਸ ਤਰ੍ਹਾਂ ਕਰਦੇ ਨੇ। ਹਰ ਇੱਕ ਬੰਦਾ ਕੋਈ ਵੀ ਕੈਨੇਡਾ ਦੇ ਵਿੱਚ ਆਂਦਾ ਹੈਗਾ, ਉਹਨੂੰ ਇਹ ਹੁੰਦਾ, ਉਹਦੀ ਪ੍ਰਾਇੋਰਟੀ ਹੁੰਦੀ ਹੈ ਵੀ ਮੈਂ ਪੱਕਾ ਹੋਵਾਂ। ਮੈਨੀਟੋਬਾ ਗੌਰਮੈਂਟ ਨੂੰ ਵੀ ਚਾਹੀਦਾ ਵੀ ਤੁਹਾਨੂੰ ਇਹ ਹਰ ਵਕਤ ਕਿਸੇ ਨਾ ਕਿਸੇ ਪਾਸਿਓਂ ਟੈਕਸ ਪੇ ਕਰ ਰਹੇ ਨੇ, ਬੈਕ ਹੋਮ ਤੋਂ ਜਿਹੜੀ ਮਨੀ ਲੈ ਕੇ ਆਉਂਦੇ ਆ, ਉਹਦੇ ਨਾਲ ਤੁਹਾਡੀਆਂ ਕਾਲਜ ਯੂਨੀਵਰਸਿਟੀਆਂ ਚੱਲਦੀਆਂ ਨੇ, ਤਾਂ ਇਸ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ। ਸਾਡੇ ਨਾਲ ਇਸ ਵਕਤ ਸਿਮਰਨ ਜੀ ਖੜੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਵੀ ਜਿਹੜੇ ਅੱਜ ਇਹ ਇੰਟਰਨੈਸ਼ਨਲ ਜਿਹੜੇ ਵਰਕਰ ਦੀ ਜਿਹੜੀ ਸਟ੍ਰਾਈਕ ਆ ਮੈਨੀਟੋਬਾ ਦੇ ਵਿੱਚ ਕੀਤੀ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੇਰਾ ਇਹੀ ਪੁਆਇੰਟ ਆ ਕਿ ਜਿਹੜੇ ਟੈਂਪਰੇਰੀ ਸਕਿਲਡ ਵਰਕਰਸ ਨੇ ਇੱਥੇ 2 ਸਾਲ ਤੋਂ ਵੱਧ ਕੰਮ ਕਰ ਚੁੱਕੇ ਨੇ, ਐਂਡ ਜਿਹੜੀ ਉਹਨਾਂ ਦੀ MPNP ਫਾਈਲ ਆ ਉਹ ਲੱਗ ਨਹੀਂ ਰਹੀ, ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੇ MPNP 'ਚ। ਲਾਸਟ ਮਾਰਚ ਤੋਂ ਜਿਹੜੇ ਡਰਾਜ਼ ਨੇ ਉਹ ਬਹੁਤ ਹਾਈ ਜਾ ਰਹੇ ਆ, ਤੇ ਜਿਹੜੇ ਸਾਡੇ 200 ਪੁਆਇੰਟ ਕੱਟੇ ਜਾਂਦੇ ਆ, ਜਿਹੜੀ ਅਸੀਂ ਬਾਹਰ ਸਟੱਡੀ ਕਰਕੇ ਆਉਂਦੇ ਜਾਂ ਵਰਕ ਪਰਮਿਟ ਵਰਕ ਕਰਦੇ ਆ, ਉਹਦੇ ਕਰਕੇ ਸਾਨੂੰ 200 ਪੁਆਇੰਟ ਦੀ ਪੈਨਲਟੀ ਪੈਂਦੀ ਆ, ਵਿਚ ਇਜ਼ ਓਕੇ, ਹੈ ਨਾ। ਬਟ ਜਿਹੜੇ ਡਰਾਜ਼ ਆ ਉਹ 700-800 ਤੇ ਆ ਰਹੇ ਆ, ਤੇ ਜਿਹੜੇ ਪੁਆਇੰਟ ਆ ਉਹ ਬੱਚਿਆਂ ਦੇ 550 ਤੋਂ 600 ਦੇ ਵਿੱਚ ਹੀ ਬਣਦੇ ਨੇ, ਐਂਡ ਜਿਹਦੇ ਕਰਕੇ ਕੀ ਆ, ਉਹਨਾਂ ਨੂੰ ਆਲਰੇਡੀ 2 ਸਾਲ ਹੋ ਗਏ ਵੇਟ ਕਰਦਿਆਂ ਨੂੰ, ਵੀ ਸਾਲ ਐਕਸਟਰਾ ਹੋ ਗਿਆ ਵੇਟ ਕਰਦਿਆਂ ਨੂੰ। ਹੁਣ ਉਹਨਾਂ ਕੋਲ ਕੁਛ ਹੀ ਮਹੀਨਿਆਂ ਦੇ ਵਰਕ ਪਰਮਿਟ ਬਾਕੀ ਨੇ। ਹੁਣ ਉਹ ਸਾਰੇ ਇੰਨੇ ਕਸੈਮੇ ਬੈਠੇ ਨੇ ਕਿ ਜੇ ਉਹਨਾਂ ਦੇ 6 ਮਹੀਨੇ ਵੀ ਇੱਦਾਂ ਹੀ ਗੁਜ਼ਰ ਗਏ ਉਡੀਕ ਕਰਦਿਆਂ ਤਾਂ ਉਹਨਾਂ ਦੇ ਜਿਹੜੇ ਸਟੇਟਸ ਆ, ਲੀਗਲ ਸਟੇਟਸ ਨੇ ਕੈਨੇਡਾ ਵਿੱਚ, ਉਹ ਐਕਸਪਾਇਰ ਹੋ ਚੁੱਕੇ। ਸੋ ਸਾਰੇ ਆਪਣੀਆਂ ਇਹਨਾਂ ਮੰਗਾਂ ਕਰਕੇ ਜਾਂ ਇਹਨਾਂ ਡਿਮਾਂਡਸ ਕਰਕੇ ਅੱਜ ਇੱਥੇ ਇਕੱਠੇ ਹੋਏ ਨੇ। ਪਹਿਲਾਂ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਜੀ ਲੈਜਿਸਲੇਟਿਵ ਅਸੈਂਬਲੀ ਦੇ, ਹਾਂਜੀ, ਉੱਥੇ ਕੀਤਾ ਸੀਗਾ 23 ਜਨਵਰੀ ਨੂੰ, ਜਿਹਦੇ ਬਾਅਦ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਇੱਥੋਂ ਦੇ MPNP ਅਫੀਸ਼ੀਅਲ ਜਾਂ ਉਹਨਾਂ ਦੇ ਜਿਹੜੇ ਮਿਸਟਰ ਜੌਨ ਰੀਜ਼ ਨੇ, ਹੈ ਨਾ, ਇਮੀਗ੍ਰੇਸ਼ਨ ਮਿਨਿਸਟਰ, ਹਾਂਜੀ, ਉਹਨਾਂ ਨਾਲ ਗੱਲਬਾਤ ਕਰ ਸਕੀਏ। ਬਟ ਸਾਨੂੰ ਕੋਈ ਉਹਨਾਂ ਨਾਲ ਗੱਲਬਾਤ ਕਰਕੇ ਕੁਝ ਪੋਜ਼ਿਟਿਵ ਨਹੀਂ ਮਿਲਿਆ, ਕਿਉਂਕਿ ਉਹ ਸਾਨੂੰ ਪੂਰਾ ਟਾਈਮ ਨਹੀਂ ਦੇ ਰਹੇ। ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ? ਹਾਂਜੀ, ਉਹ ਨਾ
ਟਿਮ ਹਾਰਟਨਸ ਦੇ ਸੈਟਰਡੇ ਨੂੰ ਮੀਟਿੰਗ ਰੱਖਦੇ ਹੁੰਦੇ ਆ। ਓਕੇ। ਹਾਂਜੀ, ਉਹ ਓਪਨ ਹੁੰਦੀਆਂ ਆ। ਸੋ ਅਸੀਂ ਟਰਾਈ ਕੀਤਾ ਉੱਥੇ ਰੀਚ ਆਊਟ ਕਰਨ ਦਾ, ਅਸੀਂ ਉਹਨਾਂ ਨੂੰ ਦੱਸ ਕੇ ਵੀ ਆਏ ਐਂਡ ਉਹ ਕਹਿੰਦੇ ਸੀ ਛੇਤੀ ਅਸੀਂ ਕੁਛ ਕਰਾਂਗੇ, ਅਸੀਂ ਤੁਹਾਨੂੰ ਕੰਟੈਕਟ ਕਰਕੇ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਆਪਾਂ। ਹਾਂਜੀ, ਬਟ ਉਸ ਤੋਂ ਬਾਅਦ ਹੁਣ ਸਾਨੂੰ 2 ਹਫ਼ਤੇ ਹੋ ਗਏ, ਕੋਈ ਸਾਨੂੰ ਰਿਸਪੌਂਸ ਨਹੀਂ ਆਇਆ ਉਹਨਾਂ ਦਾ। ਤੇ ਤੁਸੀਂ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਜਿਹੜੇ ਜਿਵੇਂ ਅੱਜ ਇੱਥੇ ਜਿਹੜਾ ਆਪਣਾ ਕਰ ਰਹੇ ਹਾਂ ਜੀ, ਇੱਥੇ ਕੋਈ ਸੱਦਾ ਪੱਤਰ ਦਿੱਤਾ ਕਿਸੇ ਨੂੰ? ਹਾਂਜੀ, ਅਸੀਂ ਅੱਜ ਤਾਂ ਚਲੋ ਸੰਡੇ ਆ, ਵੈਸੇ ਅਸੀਂ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਵੀ ਅਸੀਂ ਸੰਡੇ ਤੇ ਮੰਡੇ ਫਰਵਰੀ 5 ਤੇ 6 ਨੂੰ ਇੱਥੇ ਇਕੱਠੇ ਹੋ ਰਹੇ ਹਾਂ ਤੇ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਵੀ ਤੁਸੀਂ ਉੱਥੇ ਆ ਕੇ ਆਪਦੇ ਵਿਚਾਰ ਦੱਸ ਕੇ ਜਾਓ, ਤੁਸੀਂ ਕੀ ਕਰ ਸਕਦੇ ਹੋ ਸਾਡੇ ਲਈ, ਕੀ ਕੀਤਾ ਆ ਜਾਂ ਕੀ ਕਰ ਸਕਦੇ ਹੋ ਜਾਂ ਕਿੰਨਾ ਕੁ ਤੁਹਾਡੇ ਹੱਥ ਫਸ ਹੈਗਾ। ਬਟ ਹਜੇ ਤੱਕ ਤਾਂ ਕੋਈ ਲੀਡਰ ਜਾਂ ਅਫੀਸ਼ੀਅਲ ਨਹੀਂ ਦੇਖਣ ਨੂੰ ਮਿਲਿਆ, ਬਟ ਅਸੀਂ ਐਕਸਪੈਕਟ ਕਰਦੇ ਹਾਂ ਵੀ ਕੱਲ੍ਹ ਨੂੰ ਮੰਡੇ ਆ, ਵਰਕਿੰਗ ਡੇ ਆ, ਉਹ ਜ਼ਰੂਰ ਆਪਦੇ ਆਫਿਸਿਸ 'ਚ ਆਉਣਗੇ ਤੇ ਆਈ ਹੋਪ ਕਿ ਉਹ ਇੱਥੇ ਵੀ ਆ ਕੇ ਸਾਰਿਆਂ ਨੂੰ ਐਡਰੈਸ ਕਰਨ, ਦੱਸਣ, ਹੈ ਨਾ, ਤਾਂ ਕਿ ਜੋ ਇੱਥੇ ਬੈਠੇ ਉਹਨਾਂ ਦੀ ਉਡੀਕ ਦੇ ਵਿੱਚ ਆਪਦੇ ਸਵਾਲ ਲੈ ਕੇ ਬੈਠੇ ਨੇ, ਉਹ ਸਾਰਿਆਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਣ। ਬਿਲਕੁਲ ਜੀ, ਲੀਡਰਾਂ ਨੂੰ ਵੀ ਚਾਹੀਦਾ ਹੈਗਾ ਜਾਂ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਜਾਂ ਜਿਹੜੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਉਂਦੇ ਨੇ ਵੀ ਘੱਟੋ ਘੱਟ ਇਹਨਾਂ ਨੂੰ ਵਰਕਰਸ ਨੂੰ ਇਹ ਦੱਸਿਆ ਜਾਵੇ ਵੀ ਤੁਹਾਡਾ ਸਕੋਰ ਕਿਸ ਤਰ੍ਹਾਂ ਇੰਪਰੂਵ ਕਰ ਸਕਦਾ। ਸਾਰੇ ਪੜ੍ਹੇ ਲਿਖੇ ਨੇ, ਇੰਪਰੂਵ ਕਰਨ ਨੂੰ ਤਿਆਰ ਬੈਠੇ ਨੇ, ਜੇ 700 ਹੈ ਤਾਂ 900 ਵੀ ਕਰਨ, ਜੇ 10 ਬੈਂਡ ਕਹਿੰਦੇ ਨੇ ਤਾਂ 10 ਬੈਂਡ ਲੈਣ ਵਾਲੇ ਵੀ ਨੇ ਜਾਂ 9 ਬੈਂਡ ਲੈਣ ਵਾਲੇ, ਪਰ ਇੰਨਾ ਕੁਛ ਹਾਈਲੀ ਐਜੂਕੇਸ਼ਨ, ਹਾਈਲੀ ਇਹਨਾਂ ਦੇ ਜਿਹੜੇ ਸਕੋਰ ਇੰਪਰੂਵ ਕਰਨ ਤੋਂ ਬਾਅਦ ਵੀ ਨੰਬਰ ਨਹੀਂ ਆ ਰਿਹਾ। ਉਹ ਕਿਤੇ ਨਾ ਕਿਤੇ ਜਿਹੜੇ ਸਰਕਾਰ ਦੇ ਸਿਸਟਮ ਦੇ ਵਿੱਚ ਖਾਮੀਆਂ ਨੇ। ਕੀ ਕਹਿਣਾ ਚਾਹੋਗੇ? ਹਾਂਜੀ, ਮੇਰਾ ਨਾਮ ਜਗਜੀਤ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਤੁਸੀਂ ਗੱਲ ਕੀਤੀ ਵੀ ਆਪਾਂ ਸਾਰੇ ਪੜ੍ਹੇ ਲਿਖੇ ਹੈਗੇ ਆ, ਬੱਚੇ ਸਾਰੇ ਇੱਥੇ ਆਪਾਂ ਆਪਣੇ ਸਕੋਰ ਇਨਕਰੀਜ਼ ਕਰ ਸਕਦੇ ਹਾਂ, ਤਾਂ ਇਹ ਵੀ ਮੈਂ ਪੁਆਇੰਟ ਵਿੱਚ ਐਡ ਕਰ ਦੇਣਾ ਚਾਹਾਂਗੀ ਕਿ ਮੈਕਸਿਮਮ ਜਿਹੜਾ ਵੀ ਸਕੋਰ ਇੱਥੋਂ ਸਾਰੇ ਬੱਚਿਆਂ ਨੇ ਲੈ ਚੁੱਕੇ ਨੇ। ਹਾਂਜੀ, ਜਿਹੜਾ 12ਵੀਂ ਪਾਸ ਹੋਇਆ ਜਵਾਕ ਹੈ ਇੱਥੇ, ਉਹ 612 ਸਕੋਰ ਆਲਰੇਡੀ ਲਈ ਬੈਠਾ। ਮੇਰੇ ਪਰਸਨਲੀ 612 ਸਕੋਰ ਬਣਦੇ ਨੇ। ਇਸ ਤੋਂ ਉੱਪਰ ਜੇ ਮੈਂ ਕੋਸ਼ਿਸ਼ ਜਿੰਨੀ ਵੀ ਕਰ ਲਵਾਂ, ਮੇਰੇ ਕਰ ਨਹੀਂ ਸਕਦੀ। ਹੁਣ ਮੇਰਾ 2 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਜਾਣਾ ਮਈ ਦੇ ਵਿੱਚ, ਜਾਣੀ ਕਿ 2 ਸਾਲ ਦਾ ਐਕਸਪੀਰੀਅੰਸ। 1 ਸਾਲ ਤਾਂ ਆਪਾਂ ਜਦੋਂ ਕੰਮ ਕਰਦੇ ਹਾਂ ਆਪਾਂ ਰਿਕੁਆਇਰਮੈਂਟ ਪੂਰੀ ਕਰਦੇ ਹਾਂ, 2 ਸਾਲ ਹੋ ਗਏ, ਮੇਰੇ ਪਲੱਸ 10 ਪੁਆਇੰਟਸ ਹੋਣੇ ਆ, ਜਾਣੀ ਕਿ 622 ਬਣਨੇ ਆ। ਕੱਟਣ ਵੇਲੇ ਆਪਣੇ 100 ਪੁਆਇੰਟ ਕੱਟਿਆ ਜਾਂਦਾ ਆ ਤੇ ਆਪਣਾ ਐਡ ਹੋਣ ਵੇਲੇ 10 ਪੁਆਇੰਟ। ਤੇ ਅਸੀਂ ਆਪਣੇ ਵੱਲੋਂ ਸਾਡੀ ਸਾਰੇ ਸਕਿਲਡ ਵਰਕਰਸ ਦੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਨੇ, ਆਪਣੇ ਵੱਲੋਂ ਪੂਰਾ ਜ਼ੋਰ ਲੱਗਿਆ ਹੋਇਆ ਜਵਾਕਾਂ ਦਾ, ਪਰ ਸਾਨੂੰ ਉੱਪਰੋਂ ਜਿਹੜੀ ਹੈ ਸਰਕਾਰ ਦੀ ਜਾਂ ਸਿਸਟਮ ਦੀ ਕੋਈ ਸਪੋਰਟ ਨਹੀਂ ਮਿਲ ਰਹੀ ਹੈਗੀ। ਤਾਂ ਇਹਦੇ ਵਿੱਚ ਹੁਣ ਸਕਿਲਡ ਵਰਕਰਸ ਦਾ ਕੋਈ ਦੋਸ਼ ਨਹੀਂ ਰਹਿ ਚੁੱਕਿਆ ਹੈਗਾ ਆ, ਤਾਂ ਇਹਦੇ ਵਿੱਚ ਹੁਣ ਸਿਸਟਮ ਨੂੰ ਸੋਚਣਾ ਪੈਣਾ ਆ ਵੀ ਅਸੀਂ ਕੋਈ ਨਾ ਕੋਈ ਡਰਾਅ ਇੱਦਾਂ ਦੇ ਕੱਢੀਏ, ਜਾਂ ਜਿਹੜੇ ਸਟਕ ਹੋਏ ਪਏ ਨੇ ਬੱਚੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਨੇ ਤੇ ਹੋਣ ਵਾਲੇ ਨੇ ਐਕਸਪਾਇਰ, ਉਹ ਆਊਟ ਆਫ ਸਟੇਟਸ ਹੋ ਰਹੇ ਨੇ, ਇਲੀਗਲ ਉਹਨਾਂ ਦਾ ਸਟੇਟਸ ਹੋ ਜਾਣਾ ਆ ਇੱਥੇ, ਉਹਨਾਂ ਦਾ ਉਹ ਸਿਰਫ ਉਹਨਾਂ ਦੇ ਹੱਥ ਦੇ ਵਿੱਚ ਆ ਚੀਜ਼, ਇਹ ਸਾਡੇ ਹੱਥ ਦੇ ਵਿੱਚ ਚੀਜ਼ ਨਹੀਂ ਹੈਗੀ। ਤੁਹਾਡੇ ਹੱਥ 'ਚ ਤਾਂ ਐਜੂਕੇਸ਼ਨ ਆ, ਤੁਸੀਂ ਪੂਰੀ ਕਰੀ ਬੈਠੇ ਹੋ ਆਲਰੇਡੀ। ਅਸੀਂ ਆਪਣਾ ਸਾਰਾ ਕੁਝ ਪੂਰਾ ਕਰਕੇ ਬੈਠੇ ਹਾਂ। ਸਾਡੀ ਜੋ ਏਜ ਸੀ ਜਾਂ ਸਾਡਾ ਆਇਲਸ ਸੀ ਜਾਂ ਸਾਡਾ ਕੰਮ ਸੀ, ਅਸੀਂ ਸਾਰਾ ਕੁਝ ਆਪਣੇ ਵੱਲੋਂ ਡਨ ਕਰੀ ਬੈਠੇ ਹਾਂ। ਤੇ ਹੁਣ ਸਾਨੂੰ ਸਿਸਟਮ ਦੇ ਮੂਹਰੇ ਇਹੀ ਸਾਡੀ ਬੇਨਤੀ ਆ, ਸਾਡੀ ਮੰਗ ਹੈ ਵੀ ਅਸੀਂ ਤਾਂ ਕਿਸੇ ਪਾਸਿਓਂ ਕੋਈ ਕਮੀ ਨਹੀਂ ਛੱਡੀ, ਤਾਂ ਸਾਡੀ ਕਮੀ ਕਿੱਥੇ ਰਹਿ ਗਈ ਹੈ? ਤੁਸੀਂ ਕਿਉਂ ਨਹੀਂ ਸਾਡੀ ਆਵਾਜ਼ ਸੁਣ ਰਹੇ? ਬਿਲਕੁਲ ਜੀ, ਜਿਹੜੇ ਲੀਡਰ ਉੱਥੇ ਬੈਠੇ ਨੇ ਜੀ ਅੰਦਰ ਵੱਡੀ ਸਾਰੀ ਬਿਲਡਿੰਗ ਦੇ ਵਿੱਚ, ਜਿੱਥੇ ਪਹਿਲਾਂ ਵੀ ਪੂਰੀ ਠੰਡ ਦੇ ਵਿੱਚ ਘੱਟੋ ਘੱਟ -20 ਡਿਗਰੀ ਟੈਂਪਰੇਚਰ ਸੀ, ਵਿੰਡ ਚਿਲ ਸੀ, ਸਨੋ ਵੀ ਪੈ ਰਹੀ ਸੀ, ਪਰ ਬਹੁਤ ਸ਼ਰਮ ਦੀ ਗੱਲ ਆ ਵੀ ਇੱਕ ਵੀ ਲੀਡਰ ਉੱਥੇ ਬਾਹਰ ਨਿਕਲ ਕੇ ਨਹੀਂ ਆਇਆ ਹੈਗਾ ਇਹਨਾਂ ਵਰਕਰਸ ਦੀ ਸਪੋਰਟ ਲਈ। ਘੱਟੋ ਘੱਟ ਆ ਕੇ ਉਹਨਾਂ ਨੂੰ ਸੁਣਨਾ ਚਾਹੀਦਾ ਸੀਗਾ ਵੀ ਇਹ ਆਏ ਨੇ, ਕਿਸੇ ਗੱਲ ਲਈ ਆਏ ਨੇ। ਬਿਲਕੁਲ ਉਹ ਆਪਦਾ ਆਰਾਮ ਨਾਲ ਅੰਦਰ ਬੈਠੇ ਨਿੱਘ ਮਾਣ ਰਹੇ ਸੀਗੇ। ਸਟੂਡੈਂਟਸ ਨੇ ਜਾਂ ਵਰਕਰ ਨੇ, ਉਹ ਕੰਮ ਕਰ ਸਕਦੇ ਨੇ। $8 ਤੋਂ 10,000 ਡਾਲਰ ਪਰ ਈਅਰ ਇੱਕ ਬੰਦਾ ਗੌਰਮੈਂਟ ਨੂੰ ਟੈਕਸ ਆ ਜਿਹੜਾ ਉਹ ਪੇ ਕਰਦਾ। ਜਿਹਨਾਂ ਕੋਲ ਓਪਨ ਵਰਕ ਪਰਮਿਟ ਆ ਉਹ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਉਹਨੂੰ ਪਿੱਛੇ ਵੀ ਹੁੰਦਾ। ਕੁਛ ਸਟੂਡੈਂਟਸ ਨੇ, ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ, ਉਹਨਾਂ ਨੂੰ ਬੈਕ ਹੋਮ ਦੇ ਵਿੱਚ ਵੀ ਜਾਣਾ, ਆਪਣਾ ਪਿੱਛੇ ਪਰਿਵਾਰ ਵੀ ਦੇਖਣਾ, ਕਿਸੇ ਨੇ ਵਿਆਹ ਕਰਾਉਣ ਵੀ ਜਾਣਾ, ਅੱਗੇ ਆਪਣੀ ਫੈਮਿਲੀ ਚਲਾਉਣੀ ਹੈਗੀ ਆ। ਸੋ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਆਪਣੇ ਬਿਜ਼ਨਸ ਹੋਲਡਰਸ ਨੇ ਇੱਥੇ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ, ਬਿਜ਼ਨਸ ਕਰ ਰਹੇ ਨੇ, ਉਹਨਾਂ ਨੂੰ ਵੀ ਇਹਨਾਂ ਦੀ ਸਪੋਰਟ ਦੇ ਵਿੱਚ ਆਉਣਾ ਚਾਹੀਦਾ ਤੇ ਸੁੱਤੇ ਪਏ ਲੀਡਰਾਂ ਨੂੰ ਜਗਾਉਣਾ ਚਾਹੀਦਾ, ਕਿਉਂਕਿ ਲੀਡਰ ਵੋਟਾਂ ਲੈਣ ਵੇਲੇ ਤਾਂ ਨਿਕਲ ਆਉਂਦੇ ਨੇ, ਇਹਨਾਂ ਨੇ ਵੀ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਜਾ ਕੇ ਸਿਟੀਜ਼ਨ ਬਣਨਾ, ਇਹਨਾਂ ਦੀ ਵੀ ਇੱਥੇ ਵੋਟ ਬਣਨੀ ਹੈਗੀ ਤੇ ਇਹਨਾਂ ਦੇ ਕੋਲ ਵੀ ਤੁਸੀਂ ਵੋਟਾਂ ਲੈਣ ਲਿਆਓਗੇ ਵੀ ਫਿਰ ਕਿਹੜੇ ਮੂੰਹ ਨਾਲ ਆਓਗੇ? ਜੇ ਅੱਜ ਨਹੀਂ ਤੁਸੀਂ ਇਹਨਾਂ ਦੀ ਸਪੋਰਟ ਕਰ ਸਕਦੇ, ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਕਦੇ ਕਰਨਗੇ ਜੀ। ਹੋਰ ਕੁਛ ਕਹਿਣਾ ਚਾਹੂੰ?
ਹਾਂਜੀ ਬਸ ਇਹੀ ਹੈ ਜੀ, ਇਹ ਸਰਕਾਰ ਆਪਣੇ ਲਈ ਆਪ ਹੀ ਕੰਮ ਵਧਾ ਰਹੀ ਹੈ। ਜੇ ਹੁਣ ਸਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ, ਕਿਉਂ ਨਹੀਂ ਉਸੇ 3 ਸਾਲ ਵਿੱਚ ਹੀ ਸਾਨੂੰ, ਜੇ ਤੁਸੀਂ ਕੁਝ ਕਰਨਾ ਹੀ ਆ ਸਾਡੇ ਲਈ ਤਾਂ ਉਸੇ 3 ਸਾਲ ਵਿੱਚ ਹੀ ਕਰੋ। ਹੁਣ ਜਿਵੇਂ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਤਾਂ ਸਾਰੇ ਲੋਕ ਇਹੀ ਮੰਗ ਕਰੂਗੇ ਕਿ ਹੁਣ ਉਹ ਸਾਨੂੰ ਵਧਾ ਕੇ ਦਿੱਤੇ ਜਾਣ, ਫਿਰ ਨਵੀਂ ਐਪਲੀਕੇਸ਼ਨਸ ਲੱਗਣਗੀਆਂ, ਫਿਰ ਸਾਰਾ ਪ੍ਰੋਸੈਸ ਚੱਲੂਗਾ। ਇਹਦੇ ਵਿੱਚ ਗਵਰਨਮੈਂਟ ਤੇ ਹੀ ਬਰਡਨ ਬਣਨਾ ਜੀ ਹੈ ਨਾ। ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਫਸਟ ਇਨ ਫਸਟ ਆਊਟ ਹੈ ਨਾ, ਉੱਦਾਂ ਪ੍ਰੋਸੈਸ ਚਲਾਉਣ, ਨਾ ਤਾਂ ਸਾਨੂੰ ਕੋਈ ਤੰਗੀ ਹੋਵੇ ਤੇ ਨਾ ਗਵਰਨਮੈਂਟ ਨੂੰ ਕੋਈ ਤੰਗੀ। ਸਾਡੇ ਨਾਲ ਕੁਝ ਵੀਰ ਖੜੇ ਨੇ ਜਿਹਨਾਂ ਕੋਲੇ ਜਿਹੜੇ ਵਰਕ ਪਰਮਿਟ ਹੋਲਡਰ ਨੇ, ਇਹਨਾਂ ਨੂੰ ਵੀ ਬਹੁਤ ਆਪਣੇ ਭਵਿੱਖ ਦੀ ਬਹੁਤ ਜ਼ਿਆਦਾ ਚਿੰਤਾ ਹੈਗੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣੂਗਾ ਜੇਕਰ ਇਹਨਾਂ ਦੇ ਜਿਹੜੇ PNP ਪ੍ਰੋਗਰਾਮ ਆ ਉਹਦੇ ਵਿੱਚ ਨੰਬਰ ਨਹੀਂ ਆਉਂਦਾ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਦੇਖੋ ਮੈਨੂੰ ਇੱਥੇ ਮੂਵ ਹੋਏ ਨੂੰ 2 ਸਾਲ ਹੋ ਗਏ ਜੀ। ਮੈਨੂੰ ਵੇਟ ਕਰਦੇ ਨੂੰ, ਤੇ ਮੇਰੀ EOI 'ਚ ਫਾਈਲ ਜਿਹੜੀ ਆ ਉਹਦਾ ਕੁਝ ਨਹੀਂ ਬਣ ਰਿਹਾ। ਮੇਰੇ 600 ਦੇ ਕਰੀਬ ਪੁਆਇੰਟ ਬਣਦੇ ਆ, ਤੇ ਇਹਨਾਂ ਜਿਹੜਾ ਪੁਆਇੰਟ ਆ ਪਿਛਲੇ 1.5 ਸਾਲ ਤੋਂ ਲਗਭਗ 700 ਤੋਂ ਉੱਤੇ ਹੀ ਚੱਲ ਰਿਹਾ ਜੀ। ਤੇ ਮੈਂ ਇੱਥੇ, ਮੇਰੀ ਕੋਈ ਇੰਟੈਂਸ਼ਨ ਨਹੀਂ ਕਿ PR ਲੈ ਕੇ ਇੱਥੋਂ ਭੱਜਣਾ। ਮੈਂ ਇੱਥੇ ਟੈਂਪਰੇਰੀ ਵੀਜ਼ੇ 'ਤੇ ਹੀ ਹਾਂ ਇਸ ਟਾਈਮ, ਤੇ ਮੇਰੇ ਕੋਲ ਆਪਣਾ ਘਰ ਆ ਇੱਥੇ। ਮੈਂ ਪ੍ਰੋਪਰਟੀ ਟੈਕਸ ਵੀ ਪੇ ਕਰ ਰਿਹਾ, ਮੈਂ ਟਰੱਕ ਚਲਾਉਣਾ, ਮੈਂ ਟਰੱਕ ਡਰਾਈਵਰ ਹਾਂ। ਉਹਦੇ ਤੇ ਵੀ ਟੈਕਸ ਪੇ ਕਰ ਰਹੇ ਹੋ? ਨੀਅਰਲੀ $25,000 ਜਿਹੜਾ ਮੈਂ ਈਅਰਲੀ ਪੇ ਕਰ ਰਿਹਾ ਉਹਦੇ ਤੇ ਵੀ। ਤੇ ਮੇਰੀ ਇਹੀ ਰਿਕੁਐਸਟ ਆ ਕਿ ਸਾਡੇ ਜਿਹੜੇ ਡਰਾਅਰ ਨੂੰ ਨੀਚੇ ਕਰਿਆ ਜਾਵੇ ਤੇ ਸਾਨੂੰ ਇੱਥੇ ਪ੍ਰੋਵਿੰਸ 'ਚ ਰਹਿਣ ਦਾ ਮੌਕਾ ਦਿੱਤਾ ਜਾਵੇ, ਸਾਨੂੰ ਨਾ ਫੋਰਸ ਕੀਤਾ ਜਾਵੇ ਇੱਥੋਂ ਮੂਵ ਕਰਨ ਲਈ। ਹਾਂਜੀ, ਇਹ ਸਾਡੀ। ਕੀ ਕਹਿਣਾ ਚਾਹੋਗੇ ਵੀਰ ਜੀ? ਅੱਛਾ, ਓਕੇ, ਕੀ ਕਹਿਣਾ ਚਾਹੋਗੇ? ਓਕੇ, ਤੁਸੀਂ ਕਹਿਣਾ ਚਾਹੋਗੇ? ਕਹਿਣਾ ਬਈ ਇਹੀ ਹੈ ਵੀ ਦੇਖੋ ਹੁਣ ਅਸੀਂ ਤਾਂ ਬਾਹਰੋਂ ਮੂਵ ਹੋ ਕੇ ਆਏ ਆ, ਠੀਕ ਹੈ। ਪਹਿਲਾਂ ਅਸੀਂ ਉਹ ਹੋਰ ਪ੍ਰੋਵਿੰਸ 'ਚ ਆਏ, ਉੱਥੇ ਆਪਦਾ ਘਰ ਮੰਨਿਆ, ਉਹ ਛੱਡ ਕੇ ਫਿਰ ਸਾਨੂੰ ਸਰਕਾਰ ਦੀਆਂ ਕੁਝ ਕਮੀਆਂ ਕਰਕੇ ਸਾਨੂੰ ਇੱਧਰ ਆਉਣਾ ਪੈ ਗਿਆ। ਹੁਣ ਇੱਧਰ ਆਏ ਆ, ਫਿਰ ਸਾਡੇ ਨਾਲ ਉਹੀ ਧੱਕਾ ਹੋਈ ਜਾਂਦਾ। 200 ਸਾਡੇ ਪੁਆਇੰਟ ਉਹ ਕੱਟ ਲੈਂਦੇ ਆ, ਅਸੀਂ ਖਿੱਚ ਕੇ ਨੰਬਰ ਲੈ ਕੇ ਆਪਦਾ ਪੂਰਾ ਕਰਦੇ ਆ। ਹੁਣ ਇਹ ਡਰਾਅ ਉੱਤੇ ਲਈ ਜਾਂਦੇ ਆ। ਈਵਨ ਕਿ ਅਸੀਂ ਇੱਥੋਂ ਦੇ ਲੋਕਾਂ ਨਾਲੋਂ ਜਿਹੜੇ ਇੱਥੇ ਸਟੂਡੈਂਟ ਆ ਉਹਨਾਂ ਨਾਲੋਂ ਜ਼ਿਆਦਾ ਫੀਸਾਂ ਭਰ ਕੇ ਇੱਥੇ ਵੱਧ ਟੈਕਸ ਪੇ ਕਰਕੇ ਵੱਧ ਕੰਮ ਕਰਕੇ ਫਿਰ ਵੀ ਸਾਨੂੰ ਇਹ ਓਪਰਚੁਨਿਟੀ ਨਹੀਂ ਦੇ ਰਹੇ। ਕਿਹੜੇ ਪ੍ਰੋਵਿੰਸ 'ਚ ਤੁਸੀਂ ਮੂਵ ਹੋਏ? ਅਸੀਂ ontario 'ਚ ਮੂਵ ਹੋਏ ਆ ਜੀ। ਜ਼ਿਆਦਾਤਰ ਸਾਨੂੰ 90% ਇੱਥੇ ਜਾਂ ontario ਵਾਲੇ ਦੇਖਣਗੇ ਜਾਂ BC ਵਾਲੇ ਦੇਖਣਗੇ। ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਮੂਵ ਹੋਏ? ਮੈਨੂੰ 2 ਸਾਲ ਹੋ ਗਏ ਜੀ ਇੱਥੇ। ਮੇਰਾ 2 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਗਿਆ, ਤੇ ਮੈਂ ਪਿਛਲੀ ਜਨਵਰੀ ਦੀ ਫਾਈਲ ਲਾਈ ਹੋਈ ਆ ਆਪਦੀ। ਅਜੇ ਤੱਕ ਕੋਈ ਨੰਬਰ, ਕੋਈ ਲੈਟਰ ਕੁਝ ਨਹੀਂ ਆਇਆ? ਨਾ ਜੀ, ਕੋਈ ਨੰਬਰ, ਕੋਈ ਲੈਟਰ ਕੁਝ ਨਹੀਂ ਆਇਆ ਹੈਗਾ। ਬਿਲਕੁਲ ਜੀ। ਜਿਹੜੇ ਸਟੂਡੈਂਟਸ ਨੇ ਬਾਕੀ ਪ੍ਰੋਵਿੰਸਾਂ ਦੇ ਉੱਤੋਂ ਮੂਵ ਹੁੰਦੇ ਨੇ ਉਹ ਬੈਟਰ ਫਿਊਚਰ ਲਈ। ਮੈਨੀਟੋਬਾ ਇੱਕ ਵਧੀਆ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ। ਸਰਕਾਰ ਨੂੰ ਕਿਤੇ ਨਾ ਕਿਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਾ ਹੋਵੇ ਵੀ ਮੈਨੀਟੋਬਾ 'ਚ ਕਿਸੇ ਦਾ ਕੁਝ ਬਣਦਾ ਨਹੀਂ ਹੈਗਾ ਤੇ ਲੋਕ ਹੋਰ ਪ੍ਰੋਵਿੰਸਾਂ ਨੂੰ ਜ਼ਿਆਦਾ ਤਰਜੀਹ ਦੇਣ। ਸੋ ਲੀਡਰਾਂ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ, ਜਿੰਨੇ ਵੀ ਵਰਕ ਪਰਮਿਟ ਹੋਲਡਰ ਨੇ, ਕਿਉਂਕਿ ਹਰ ਇੱਕ ਬੰਦੇ ਨੂੰ ਆਪਦੀ ਭਵਿੱਖ ਦੀ ਚਿੰਤਾ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਕਿਸੇ ਨੇ ਬਾਈ ਤੁਹਾਡੀ ਮੈਰਿਜ ਹੋ ਗਈ? ਨਹੀਂ ਜੀ। ਦੇਖੋ ਇਹ ਵੀਰ ਜੀ ਨੇ ਦੇਖੋ ਮੈਰਿਜ ਵੀ ਕਰਾਉਣ ਜਾਣਾ ਹੈਗਾ, ਪਿੱਛੇ ਬੈਕ ਹੋਮ ਦੇ ਵਿੱਚ ਆਪਣੇ ਰਿਸ਼ਤੇਦਾਰ, ਭੈਣ ਭਰਾ ਜਾਂ ਹੋਰ ਕਿਸੇ ਨੂੰ ਵੀ ਬੁਲਾਉਣਾ ਹੁੰਦਾ ਹੈਗਾ, ਆਪਣੀ ਫੈਮਿਲੀ ਵੀ ਚਲਾਉਣੀ ਹੈਗੀ ਆ, ਇੱਥੇ ਘਰ ਵੀ ਲੈਣਗੇ, ਉਹਦੇ ਨਾਲ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਵੀ ਪੇ ਕਰਦੇ ਨੇ, ਹੋਰ ਵੀ ਕਾਫੀ ਕੁਝ ਹੁੰਦਾ ਜਿਹੜਾ ਇਹ ਇਕੱਲਾ ਇਹ ਨਹੀਂ ਹੁੰਦਾ ਵੀ ਸਟੂਡੈਂਟਸ ਦੇ ਨਾਲ ਇਕੋਨਮੀ ਪੂਰੀ ਚੱਲਦੀ ਆ, ਪੂਰੀ ਹਰ ਇੱਕ ਬਿਜ਼ਨਸ ਚੱਲਦਾ ਹੈਗਾ, ਚਾਹੇ ਉਹ ਜਿਹੜੀ ਆਪਣੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਆ, ਗੱਡੀਆਂ ਦੀ ਇੰਸ਼ੋਰੈਂਸ, ਗੱਡੀਆਂ ਰੱਖੀਆਂ ਹੋਈਆਂ ਨੇ ਬਾਈਆਂ ਕੋਲੇ, ਤਾਂ ਉਹਨਾਂ ਦੀ ਵੀ ਇੰਸ਼ੋਰੈਂਸ ਪੇ ਕਰਦੇ ਨੇ। ਕਿਤੇ ਨਾ ਕਿਤੇ ਪੂਰੇ ਦਾ ਪੂਰਾ ਜਿਹੜਾ ਫਾਇਦਾ ਉਹ ਸਰਕਾਰੀ ਤੰਤਰ ਨੂੰ ਮਿਲਦਾ ਹੈਗਾ। ਕੀ ਕਹੂੰ ਜੀ? ਜੀ ਮੈਂ ਤਾਂ ਇਹੋ ਕਹਾਂਗਾ ਵੀ ਮੇਰਾ ਵੀ ਨਵੀਂ ਪ੍ਰੋਵਿੰਸ ਤੋਂ ontario ਤੋਂ ਮੂਵ ਹੋਇਆ ਮੈਂ ਵੀ ਜੀ। ਤੇ ਸਾਡੇ ਸਾਰਿਆਂ ਦੇ 2-2 ਸਾਲ ਦੇ ਐਕਸਪੀਰੀਅੰਸ ਹੋਏ ਜੀ। ਤੇ ਬੜਾ ਤੰਗ ਕੀਤਾ ਡਰਾਅ ਨੇ, ਸਾਡੇ 600 ਸਕੋਰ ਬਣਦਾ, ਤੇ ਅਸੀਂ ਤੇ ਇਹੋ ਉਮੀਦ ਕਰਦੇ ਹਾਂ ਵੀ ਡਰਾਅ ਘੱਟ ਜੇ ਤੇ ਸਾਰਿਆਂ ਦਾ ਮਤਲਬ ਗੱਲ ਬਣ ਜੇ ਸਾਰਿਆਂ ਦੀ। ਬਿਲਕੁਲ ਜੀ। ਇਹ ਦੇਖੋ ਪੜ੍ਹੇ ਲਿਖੇ ਬੱਚੇ ਨੇ, ਸਕੋਰ ਵਧਾ ਸਕਦੇ ਨੇ, ਪੜ੍ਹ ਸਕਦੇ ਨੇ, ਹੋਰ ਜੋ ਕੁਝ ਮਤਲਬ ਕੋਈ ਇਹਨਾਂ ਨੂੰ ਗੌਰਮੈਂਟ ਦੱਸੇ ਤਾਂ ਸਹੀ ਕਿਤੇ ਨਾ ਕਿਤੇ ਵੀ ਇਹ ਕੀ ਕਰਨ ਤਾਂ ਕਿ ਇਹਨਾਂ ਦਾ ਨੰਬਰ ਆ ਜਾਵੇ। ਬੈਂਡ ਨੇ ਉਹ ਰਿਕੁਆਇਰਮੈਂਟ ਆਈ ਥਿੰਕ ਪੂਰੀਆਂ ਹੈਗੀਆਂ ਜੀ, ਤੁਹਾਡੀ ਕੁਆਲੀਫਿਕੇਸ਼ਨ ਪੂਰੀ ਹੈਗੀ ਆ, ਹੋਰ ਜੋ ਰਿਕੁਆਇਰਮੈਂਟਸ ਕੀ ਨੇ ਆਮ ਤੌਰ ਦੇ ਉੱਤੇ? ਆਮ ਤੌਰ 'ਤੇ ਵੀ ਸਾਲ ਦਾ ਐਕਸਪੀਰੀਅੰਸ ਚਾਹੀਦਾ ਇੱਥੇ ਜੀ, ਬੈਂਡ ਚਾਹੀਦੇ, CLB ਲੈਵਲ 4 ਜਾਂ 5 ਜੀ, ਤੇ ਉਹ ਬਾਅਦੋਂ ਆਪਾਂ PNP ਆਪਣੀ ਲਾ ਸਕਦੀ ਵਾਈਸ। ਤੇ ਸਾਡੇ ਸਕੋਰ ਸਾਰਿਆਂ 600 ਮਤਲਬ ਠੀਕ ਪਹਿਲਾਂ ਹਰ ਇੱਕ ਬੰਦੇ ਦੇ ਆਲਮੋਸਟ ਜਿਹੜੇ ਹੈਗੇ ਨੇ 600 ਪਲੱਸ ਸਭ ਦੇ ਸਕੋਰ ਹੈਗੇ ਸਾਰੇ ਪਲੱਸ ਹੈ। ਤੇ ਪਹਿਲਾਂ ਡਰਾ ਹੁੰਦੇ ਸੀ ਇਹਨਾਂ ਦੇ ਪਿਛਲੇ ਸਾਲ ਵੀ 400 ਕੋਈ ਦੇ 425, ਤੇ ਹੁਣ ਜਦੋਂ ਸਾਡੇ ਸਾਰੇ ਐਕਸਪੀਰੀਅੰਸ ਪੂਰੇ ਹੋਏ ਆ ਤੇ ਇਹਨਾਂ ਚੱਕ ਕੇ ਡਰਾ 700 ਕੋਈ ਆਉਂਦੇ 700 750 ਆਉਂਦੇ ਆ, ਤੇ ਇਹਨੇ ਤੇ ਕਿਸੇ ਦੇ ਬੰਦੇ ਜੋ ਮਤਲਬ ਸਾਡੇ ਸਟੱਡੀ ਦੇ ਵੀ ਆਪਣੇ 100 ਪੁਆਇੰਟ ਕੱਟਿਆ ਜਾਂਦਾ, ਤੇ ਆਪਣੇ ਜੇ ਆਪਾਂ ਕੰਮ ਦੂਜੀ ਪ੍ਰੋਵਿੰਸ ਤੇ ਕਰਦੇ ਉਹਦੇ ਪੁਆਇੰਟ ਕੱਟੇ ਜਾਂਦੇ, ਤੇ ਸਾਡੇ ਤੇ ਮਗਰ ਰਹਿ ਗਏ 600 ਸਕੋਰ। ਬਿਲਕੁਲ ਜੀ। ਲੀਡਰਾਂ ਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੈਗਾ ਵੀ ਇਹਨਾਂ ਦਾ ਸਕੋਰ ਲੈਵਲ ਬਣਾਉਣ ਦਾ ਕੋਈ ਫਾਰਮੂਲਾ ਜਿਹੜਾ ਤੈਅ ਕੀਤਾ ਜਾਵੇ, ਇਹਨਾਂ ਨੂੰ ਦੱਸਿਆ ਜਾਵੇ। ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਆ ਕੇ ਦੇਖੋ ਇਹਨਾਂ ਦੀ ਜਗ੍ਹਾ ਦੇ ਉੱਤੇ ਵੀ ਕਿਵੇਂ ਬੰਦੇ ਨੂੰ ਰਹਿਣਾ ਔਖਾ, ਸਰਵਾਈਵ ਕਰਨਾ ਔਖਾ, ਕਿਵੇਂ ਜੇ ਤੁਹਾਨੂੰ ਵੀ ਅੱਜ ਦੀ ਡੇਟ ਦੇ ਵਿੱਚ ਇਹਨਾਂ ਵਾਲੇ ਟਾਈਮ ਦੇ ਵਿੱਚੋਂ ਗੁਜ਼ਰਨਾ ਪਵੇ ਤਾਂ ਤੁਹਾਡੇ ਦਿਲ ਦੇ ਉੱਤੇ ਕੀ ਬੀਤੂਗੀ? ਕੀ ਕਹੋਗੇ ਵੀਰ ਜੀ?
ਬਈ ਜੀ ਕਹਿਣਾ ਤਾਂ ਇਹੀ ਆ ਵੀ 2 ਸਾਲ ਹੋ ਗਏ ਜੀ ਆਪਾਂ ਨੂੰ ਇੱਥੇ ਜੀ ਤੇ 2 ਸਾਲਾਂ ਤੋਂ ਸਾਡਾ ਸਕੋਰ ਹੀ ਜਿਹੜਾ ਸਕੋਰ ਦਾ ਸਾਡਾ 600 ਬਣਦਾ ਕਿਉਂਕਿ 200 ਸਕੋਰ ਤੇ ਸਾਡਾ ਕੱਟਿਆ ਜਾਂਦਾ ਜਦੋਂ ਆਪਾਂ ਪ੍ਰੋਵਿੰਸ ਤੋਂ ਮੂਵ ਕਰਦੇ ਪ੍ਰੋਵਿੰਸ ਚੇਂਜ ਕਰ ਹਾਂਜੀ ਪ੍ਰੋਵਿੰਸ ਚੇਂਜ ਕਰਦੇ ਤੇ ਸਾਡਾ ਤੇ ਸਕੋਰ ਹੀ 600 ਬਣਦਾ ਜਦੋਂ ਸਕੋਰ ਤੇ ਮਾਸਾ ਨਟਾ ਹੁੰਦਾ ਉਹੀ 700 ਦਾ ਸਕੋਰ ਰਹਿੰਦਾ ਹੈਗਾ ਤੇ ਜਿਹੜੇ ਇਹਨਾਂ ਦੇ ਬੱਚੇ ਇੱਥੋਂ ਦੀ ਪ੍ਰੋਵਿੰਸ ਦੇ ਜਿਨ੍ਹਾਂ ਦੀ ਸਟੱਡੀ ਇੱਥੇ ਹੈਗੀ ਬਸ ਉਹੀ ਜਿਹੜੇ ਹੈਗੇ ਆ ਉਹ ਚੱਕੇ ਜਾਂਦੇ ਹੈਗੇ ਤਾਂ ਅਸੀਂ ਜਿਹੜੇ ਪਿੱਛੇ ਰਹਿ ਜਾਂਦੇ ਹੈਗੇ ਆ ਜੀ ਜੀ ਬਸ ਇਹੀ ਚੱਕਰ ਉਹਦੇ ਤੇ ਵੈਦਰ ਵੂਦਰ ਦਾ ਵੀ ਕਾਫੀ ਕੰਮ ਖਰਾਬ ਹੈ ਤੁਹਾਨੂੰ ਪਤਾ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਬੈਕ ਹੋਮ ਦੇ ਵਿੱਚੋਂ ਮੈਨੀਟੋਬਾ ਦੇ ਕਾਲਜਾਂ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਹੁੰਦਾ ਕੀ ਆ ਵੀ ਸੀਟਾਂ ਫੁੱਲ ਨੇ ਜੀ ਇਸੇ ਕਰਕੇ ਇਹ ਬੱਚੇ ਮਜਬੂਰੀ ਕਾਰਨ ਕਿਸੇ ਹੋਰ ਜਿਹੜੇ ਪ੍ਰੋਵਿੰਸ ਨੇ ਉੱਥੇ ਜਾਂਦੇ ਨੇ ਕੋਈ ਵੀ ਬੰਦਾ ਕੈਨੇਡਾ ਦੇ ਵਿੱਚ ਇੰਨੀ ਮਹਿੰਗੀ ਸਟੱਡੀ ਕਰਨੀ ਵਧੀਆ ਨਹੀਂ ਸਮਝਦਾ ਕਿਉਂਕਿ ਲੱਖਾਂ ਰੁਪਏ ਜਿਹੜਾ ਇੰਡੀਆ ਦੇ ਵਿੱਚੋਂ ਬੈਕ ਹੋਮ ਦੇ ਵਿੱਚੋਂ ਲਿਆਂਦਾ ਜਾਂਦਾ ਤੇ ਇੱਥੇ ਦੇ ਸਕੂਲਾਂ ਕਾਲਜਾਂ ਨੂੰ ਦਿੱਤਾ ਜਾਂਦਾ ਉਹਨਾਂ ਦੇ ਪੈਸਿਆਂ ਦੇ ਨਾਲ ਇੱਥੇ ਦੇ ਸਕੂਲ ਕਾਲਜ ਚੱਲਦੇ ਨੇ ਯੂਨੀਵਰਸਿਟੀਆਂ ਚੱਲਦੀਆਂ ਨੇ ਸਰਕਾਰਾਂ ਚੱਲਦੀਆਂ ਨੇ ਅਸੀਂ ਘਰੋਂ ਮਤਲਬ ਇੰਡੀਆ ਤੋਂ ਬਹੁਤ ਘੱਟ ਬੰਦੇ ਬਣੇ ਆ ਕਿ ਜਿਹੜੇ ਮਤਲਬ ਬਹੁਤ ਬੈਟਰ ਫਿਊਚਰ ਲਈ ਆਏ ਹੋਣੇ ਸਾਰੇ ਅਸੀਂ ਸੈਟਲ ਹੋਣੀ ਹੈ ਰਾਈਟ ਠੀਕ ਹੈ ਅਸੀਂ ਨਹੀਂ ਕਹਿੰਦੇ ਕਿ ਵਿਨੀਪੈਗ ਮਾੜੀ ਸਿਟੀ ਆ ਪਰ ਬਈ ਤੁਸੀਂ ਸੁਧਾਰੋ ਤਾਂ ਸਹੀ ਕੰਮ ਨੂੰ ਹੈਨਾ ਠੀਕ ਹੈ ਉੱਤੇ ਨੌਰਥ ਐਂਡ ਚੱਲ ਜਾਓ ਰਾਈਟ ਤੁਸੀਂ ਕਿਸੇ ਵੀ ਸਕਿਪ ਬਾਈ ਮੇਰਾ ਕੋਈ ਲਾਉਂਦਾ ਹੋਣਾ ਤੇ ਕੋਈ ਵੀ ਕੁਝ ਕਰਦਾ ਹੋਣਾ ਨਾ ਰਾਈਟ ਤੇ ਉਹਨਾਂ ਨੂੰ ਪੁੱਛੋ ਬਾਈ ਕਿੰਨਾ ਅਨਸੇਫ ਆ ਰਾਈਟ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਕੀ ਹੋ ਗਿਆ ਮੇਰਾ ਯਾਰ ਦੋਸਤ ਸੀਗਾ ਤੇ ਉਹ ਪੀਜ਼ਾ ਡਿਲੀਵਰ ਕਰਦਾ ਸੀ ਰਾਈਟ ਤੇ ਉਹਨੂੰ ਕੀ ਕਹਿੰਦੇ ਕਿਸੇ ਨੇ ਰੈਡਿਟ ਜਾਂ ਉਹਨੇ ਮੰਗਾਇਆ ਪੀਜ਼ਾ ਰਾਈਟ ਤੇ ਕੀ ਕਹਿੰਦਾ ਚਲੋ ਤੇ ਬਾਈ ਇੱਕ ਹੋਰ ਇਸ਼ੂ ਆ ਤੇ ਜਿਹੜਾ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਸ਼ਾਇਦ ਬਹੁਤੇ ਨੂੰ ਪਤਾ ਹੋਣਾ ਸਪੋਰਟਿੰਗ ਲੈਟਰ ਕੀ ਹੁੰਦਾ ਜਿਹਦੀ ਪੀਐਨਬੀ ਵਗੈਰਾ ਲੱਗੀ ਹੁੰਦੀ ਹੈ ਜਾਂ ਪੀਐਨਬੀ ਆਈ ਹੁੰਦੀ ਆ ਉਸ ਆਪਣਾ EMPLOYER ਨੂੰ ਕਹਿੰਦਾ ਤੇ EMPLOYER ਮੈਨੇਜਮੈਂਟ ਨੂੰ ਐਮਪੀਐਨਬੀ ਨੂੰ ਕਹਿੰਦੇ ਆ ਸਪੋਰਟਿੰਗ ਲੈਟਰ ਤੋਂ ਬਾਅਦ ਆਪਾਂ ਆਰਟੀਆਈ ਜਿਹੜਾ ਵੀ ਆਪਣੀ ਇਮੀਗ੍ਰੇਸ਼ਨ ਆ ਰਾਈਟ ਉਹਨੂੰ ਆਪਾਂ ਕਹਿੰਦੇ ਆ ਕਿ ਆਪਾਂ ਪੀਆਰ ਮਤਲਬ ਵਰਕ ਪਰਮਿਟ ਐਕਸਟੈਂਡ ਕਰਵਾ ਦਿੰਦੇ ਰਾਈਟ ਤੇ ਦੂਜੀ ਗੱਲ ਇਹ ਮੈਂ ਇੱਕ ਗੱਲ ਹੋਰ ਕਹਿਣਾ ਮਾਂ-ਬਾਪ ਨੂੰ ਛੱਡ ਕੇ ਆਏ ਆ ਘਰ-ਬਾਰ ਛੱਡ ਕੇ ਆਏ ਆ ਦੇਸ਼ ਆਪਣਾ ਛੱਡ ਕੇ ਆਏ ਆ ਇੱਕ ਸੁਪਨੇ ਦੇ ਲਈ ਕਿ ਸਾਡਾ ਇਹ ਸੁਪਨਾ ਹੈ ਕਿ ਅਸੀਂ ਉਹਦੇ ਜਾ ਕੇ ਪੱਕੇ ਹੋਵਾਂਗੇ ਉਹ ਕੰਟਰੀ ਸਾਨੂੰ ਸਭ ਕੁਝ ਦੇਊਗੀ ਤੇ ਆਪਾਂ ਜੇ ਇਸ ਚੀਜ਼ ਲਈ ਆਪਾਂ ਨੂੰ ਆਪੇ ਹੀ ਗੱਲ ਕਰਨੀ ਪੈਣੀ ਹੈ ਕਿ ਗਵਰਨਮੈਂਟ ਆਪਣੀ ਸੁਣੇ ਆਪਾਂ ਨੂੰ ਇਕੱਠ ਦਿਖਾਉਣਾ ਪੈਣਾ ਆ ਐਦਾਂ ਚੁੱਪ ਕਰਕੇ ਬੈਠਾਂਗੇ ਆਪਾਂ ਨੂੰ ਕਿਸੇ ਨੇ ਬੇਰਾ ਵੱਟੇ ਨਹੀਂ ਪੁੱਛਣਾ ਇੱਥੇ 100 ਕਮਿਊਨਿਟੀ ਫਿਰਦੀ ਆ ਆਪਾਂ ਨੂੰ ਇਸੇ ਤਰ੍ਹਾਂ ਨਾਲ ਹੀ ਖੜਨਾ ਪੈਣਾ ਆ ਜੇ ਆਪਾਂ ਸਟੂਡੈਂਟ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਆਪਣੇ ਆਪ ਨੂੰ ਇੱਥੇ ਸੈਟਲ ਡਾਊਨ ਕਰਨਾ ਚਾਹੁੰਦੇ ਆ ਗਵਰਨਮੈਂਟ ਨਾਲ ਸਿੱਧੀ ਗੱਲ ਕਰਨੀ ਪੈਣੀ ਆ ਟੇਬਲ ਟਾਕ ਤੇ ਆਪਾਂ ਨੂੰ ਤਾਂ ਬਿਠਾਉਣਗੇ ਜੇ ਆਪਣੇ ਪੱਲੇ ਕੁਝ ਹੋਊਗਾ ਜੇ ਆਪਣੇ ਬੈਕ ਤੇ ਕੋਈ ਸਟਰੈਂਥ ਹੋਊਗੀ ਤੁਸੀਂ ਐ ਨਹੀਂ ਕਿ ਸਿੱਧਾ ਗਏ ਤੇ ਗੱਲ ਕਰ ਲਈ ਤੁਹਾਡੇ ਪਿੱਛੇ ਇੱਕ ਪੂਰਾ ਬੈਕਗ੍ਰਾਉਂਡ ਹੋਣਾ ਚਾਹੀਦਾ ਆ ਤੁਹਾਡੇ ਪਿੱਛੇ ਇੱਕ ਪੂਰੀ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਆਹ ਪ੍ਰੋਟੈਸਟ ਅਸੀਂ ਐਦਾਂ ਸ਼ੁਰੂ ਕੀਤਾ ਸੀ ਤੇ ਐਨੇ ਬੰਦੇ ਸਾਡੇ ਨਾਲ ਜੁੜੇ ਆ ਉਹਨਾਂ ਦੀ ਡਿਟੇਲ ਆ ਗਰੁੱਪਾਂ 'ਚ 2-2 3-3000 ਬੰਦਾ 3-3 ਗਰੁੱਪ ਨੇ ਤੇ ਬੰਦਾ ਇੱਥੇ ਕਿੰਨਾ 350-400 ਬੰਦਾ ਇਸ ਚੀਜ਼ ਨੇ ਸਭ ਤੋਂ ਵੱਧ ਹੈਰਾਨ ਕੀਤਾ ਹੈ ਕਿ ਆਪਾਂ ਗਰੁੱਪ 'ਚ ਬੋਲਦੇ ਆ ਕਿ ਹਾਂਜੀ ਜੀ ਅਸੀਂ ਨਾਲ ਆ ਅਸੀਂ ਆਵਾਂਗੇ ਤੇ ਅਗਲੇ ਦਿਨ ਤੁਹਾਡੇ ਜਵਾਬ ਹੁੰਦੇ ਆ ਕਿ ਹਾਂਜੀ ਮੈਂ ਬਿਮਾਰ ਆ ਜੀ ਮੇਰੀ ਸ਼ਿਫਟ ਪੈ ਗਈ ਮੈਂ ਗੇੜਾ ਚੱਕ ਲਿਆ ਜਦੋਂ ਆਪਾਂ ਖੜਨਾ ਆ ਤਾਂ ਖੜਨਾ ਆ ਇਹਦੇ 'ਚ ਆਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਇਸੇ ਦੇ ਨਾਲ ਮੈਂ ਮਾਫੀ ਚਾਹੂੰਗਾ ਜੇ ਮੈਂ ਕੁਝ ਗਲਤ ਬੋਲ ਗਿਆ ਕਿਉਂਕਿ ਮੈਂ ਸਵੇਰ ਦਾ ਉੱਥੇ ਬੈਠਾ ਸੀ ਸੁਣੀ ਜਾਂਦਾ ਸੀ ਸਾਰਿਆਂ ਦੀਆਂ ਗੱਲਾਂ ਤੇ ਮੈਨੂੰ ਗੁੱਸਾ ਲੱਗਿਆ ਇਸ ਚੀਜ਼ ਦਾ ਕਿ ਕੋਈ ਵੀ ਬੰਦਾ ਕੋਈ ਜਵਾਬ ਨਹੀਂ ਦੇ ਰਿਹਾ ਫਤਿਹ ਦਾ ਨਾ ਕੋਈ ਆਪਣੀ ਗੱਲ ਰੱਖ ਰਿਹਾ ਹੈ ਆਓ ਤੁਸੀਂ ਸਾਰੇ ਆਪਣੇ ਵਰਗੇ ਹੋ ਸਾਰੇ ਇੱਕੋ ਇੱਥੇ ਸਭ ਦੀ ਸਟੋਰੀ ਇੱਕ ਆ ਤੁਸੀਂ ਆ ਕੇ ਆਪਣੀ ਫੀਲਿੰਗਸ ਸ਼ੇਅਰ ਕਰੋ ਵੀ ਅਸੀਂ ਆਹ ਕੁਝ ਮੈਟਰ ਸਾਡੇ ਨਾਲ ਹੋ ਰਿਹਾ ਹੈ ਆਹ ਕੁਝ ਸਾਡੇ ਨਾਲ ਹੋ ਰਿਹਾ ਆਹ ਕੁਝ ਸਾਡੇ ਨਾਲ ਬੀਤੀ ਆਹ ਕੁਝ ਅਸੀਂ ਕਰ ਰਹੇ ਹਾਂ ਆਹ ਕੁਝ ਸਾਨੂੰ ਕਰਨਾ ਪੈਣਾ ਹੈ ਆਪਣੇ ਵਿਚਾਰ ਤੋਂ ਉੱਪਰ ਆ ਕੇ ਕਹੋ ਜੇ ਅਸੀਂ ਹੋ ਜੇ ਤੁਸੀਂ ਹੋ ਤੁਹਾਨੂੰ ਇਸ ਚੀਜ਼ 'ਚ ਐ ਨਹੀਂ ਤੁਸੀਂ ਆਪਣੇ ਪਿੱਛੇ ਹਟ ਜਾਓਗੇ ਤੇ ਤੁਹਾਨੂੰ ਕੱਲ ਨੂੰ ਕੋਈ ਹੋਰ ਹੋ ਜਾਊਗਾ ਜਾਂ ਤੁਹਾਡਾ ਨਾਮ ਨਹੀਂ ਹੋਊਗਾ ਜਾਂ ਇਦਾਂ ਹੋ ਜਾਊਗਾ ਸੋ ਸੌਰੀ ਸਾਰਿਆਂ ਨੂੰ ਜੇ ਕੁਝ ਗੁੱਸਾ ਲੱਗਿਆ ਤਾਂ ਸੌਰੀ ਆ ਮੇਰੇ ਵੱਲੋਂ ਤੇ ਫਤਿਹ ਨਾਲ ਮੈਂ ਐਂਡ ਕਰੂੰਗਾ ਆਪਣੀ ਸਪੀਚ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ Thank you so much for your and I'm very thankful. ਹੈਲੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਇੱਥੇ ਪਹੁੰਚਣ ਲਈ ਆਪਣੇ ਜਿਹੜੇ ਹੱਕਾਂ ਲਈ ਲੜਨ ਲਈ ਤੇ ਇੱਕ ਚੀਜ਼ ਹੋਰ ਵੀ
ਬਹੁਤ ਥੈਂਕ ਯੂ ਇੰਨਾ ਵਧੀਆ ਅਰੇਂਜਮੈਂਟ ਕਰਨ ਲਈ। ਕੋਈ ਨਹੀਂ ਕਰਦਾ ਇੱਥੇ, ਰਾਈਟ। ਸੋ ਮੇਰਾ ਪਹਿਲਾ ਪੁਆਇੰਟ ਇਹ ਆ ਕਿ ਜਦੋਂ ਅਸੀਂ ਇੰਡੀਆ ਤੋਂ ਇੱਥੇ ਮੂਵ ਹੁੰਦੇ ਆ ਜਾਂ ਆਪਾਂ ਕੋਈ ਆਇਲਸ ਕਰਦੇ ਆ, ਸੋ ਸਾਨੂੰ ਉੱਥੇ ਕੰਸਲਟੈਂਟ ਇਹ ਨਹੀਂ ਕਹਿੰਦੇ ਹੈਗੇ ਜਦੋਂ ਅਸੀਂ ਉਹਨਾਂ ਕੋਲ ਜਾਂਦੇ ਆ ਕਿ ਅਸੀਂ ਕੈਨੇਡਾ ਜਾਣਾ, ਸੋ ਸਾਨੂੰ ਉੱਥੇ ਇਹ ਨਹੀਂ ਕਹਿੰਦੇ ਹੈਗੇ ਕਿ ਇਸ ਤੁਸੀਂ ਪ੍ਰੋਵਿੰਸ 'ਚ ਜਾਓ ਤੁਹਾਨੂੰ ਇੱਥੇ PR ਮਿਲੂਗੀ, ਰਾਈਟ। ਸੋ ਨਾ ਹੀ ਸਾਨੂੰ ਉੱਥੇ ਇਹ ਕਹਿੰਦੇ ਆ ਕਿ 200 ਪੁਆਇੰਟ ਤੁਹਾਡਾ ਇੱਥੇ ਡਿਡਕਟ ਹੋ ਜਾਊਗਾ, ਸੋ ਤੁਸੀਂ ਓਨਟਾਰੀਓ ਜਾਂ BC ਜਾਂ ਕਿਤੇ ਹੋਰ ਨਾ ਜਾਓ, ਠੀਕ ਹੈ। ਸੋ ਸਾਨੂੰ ਉੱਥੇ ਗਾਈਡੈਂਸ ਨਹੀਂ ਮਿਲਦੀ। ਜੇ ਮਿਲੀ ਹੁੰਦੀ ਤਾਂ ਅਸੀਂ ਇੱਥੇ ਆ ਜਾਂਦੇ, ਰਾਈਟ। ਉਹ ਕਾਲਜ ਦਾ ਕਿ ਇੱਥੇ ਨਹੀਂ ਹੈਗੇ, ਸੋ ਅਸੀਂ ਤਾਂ ਵੀ ਨਹੀਂ ਆ ਸਕਦੇ। ਸੋ ਇਹ ਗੱਲ ਕਿ ਫਿਰ ਇਹ ਸਟੂਡੈਂਟਸ ਨੂੰ ਬਲੇਮ ਕਰਦੇ ਆ ਕਿ ਤੁਸੀਂ ਉੱਥੇ ਆਉਂਦੇ ਆ, ਤੁਸੀਂ ਸਟੱਡੀ ਕਰਦੇ ਆ, ਤੁਸੀਂ ਜਿਹੜਾ ਤੁਹਾਡਾ ਸਾਲ ਵੇਸਟ ਕਰਕੇ ਫਿਰ ਆਉਂਦੇ ਆ ਇੱਥੇ। ਇਹਦੇ ਪਿੱਛੇ ਕੋਈ ਵੀ ਰੀਜ਼ਨ ਹੋ ਸਕਦੀ ਹੈ, ਚਾਹੇ ਉਹ ਫਾਈਨੈਂਸ਼ੀਅਲ ਹੋਵੇ, ਚਾਹੇ ਉਹ ਜਿਹੜੀ ਮਰਜ਼ੀ ਹੋਵੇ। ਹੁਣ ਮੈਂ ਆਪਣਾ ਪਰਸਨਲ ਤੁਹਾਨੂੰ ਦੱਸਦੀ ਹਾਂ ਕਿ ਮੈਂ ਇੱਥੇ ਆਈ ਸੀ, ਮੈਂ 2 ਸਾਲ ਆਪਣੀ ਸਟੱਡੀ ਕੀਤੀ। ਸੋ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਤੈਨੂੰ ਲੋਨ ਲੈ ਕੇ ਭੇਜਣ ਲੱਗੇ ਆ, ਸੋ ਸਾਡੇ ਕੋਲ ਫੀਸਾਂ ਨਹੀਂ ਹੋਣੀਆਂ ਹੈਗੀਆਂ, ਤੇ ਉਹ ਮੈਨੂੰ ਵੀ ਪਤਾ ਸੀ ਉੱਥੇ ਰਹਿੰਦੇ ਆ, ਠੀਕ ਹੈ। ਸੋ ਮੈਂ ਇੱਥੇ ਆਈ, ਕੰਮ ਕੀਤਾ 2 ਸਾਲ, ਆਪਣੇ ਫੀਸਾਂ ਦਿੱਤੀਆਂ। ਹੁਣ ਜਿਹੜਾ 16 ਲੱਖ ਰੁਪਈਆ ਸੀ ਉੱਥੋਂ ਲੋਨ ਲਿਆ ਸੀ, ਉਹ ਵਾਪਸ ਵੀ ਤਾਂ ਅਸੀਂ ਦੇਣਾ ਆ। ਜੇ ਲਿਆ ਸੀ ਤੇ ਉਹਨਾਂ ਕੋਲ ਹੁੰਦਾ ਤਾਂ ਮੈਂ ਕਿਉਂ ਫਿਰ ਲੋਨ ਕਿਉਂ ਲੈਣਾ ਸੀਗਾ। ਜਦੋਂ ਇੱਥੇ ਆਏ 6-7 ਮਹੀਨੇ ਕੰਮ ਕੀਤੇ, ਠੀਕ ਹੈ, 10 ਲੱਖ ਰੁਪਈਆ ਇੰਡੀਆ ਭੇਜਿਆ ਜਿਹੜਾ ਕਿ ਅਸੀਂ ਕਰਜ਼ਾ ਚੱਕਿਆ ਸੀ, ਤੇ ਉਸ ਤੋਂ ਬਾਅਦ ਮੈਂ ਇੱਥੇ ਮੂਵ ਹੋਈ। ਤਾਂ ਫਿਰ ਵੀ ਉਹ ਇਹ ਕਹਿ ਦਿੰਦੇ ਆ ਕਿ ਸਟੂਡੈਂਟ ਜਿਹੜੇ ਆ ਉੱਥੇ 6 ਮਹੀਨੇ ਐਸ਼ ਕਰਦੇ ਆ, ਫਿਰ ਇੱਥੇ ਆ ਕੇ ਸਾਨੂੰ ਕਹਿੰਦੇ ਆ ਕਿ PNP ਨਹੀਂ ਦਿੰਦੇ ਹੈਗੇ। ਸੋ ਇਹਦੇ ਵਿੱਚ ਸਾਡਾ ਕਸੂਰ ਆ ਕਿ ਜੇ ਸਾਡੀ ਫੈਮਿਲੀ ਜਿਹੜੀ ਆ ਉਹ ਮਿਡਲ ਕਲਾਸ ਆ ਜਾਂ ਕੁਝ ਹੋਰ ਆ, ਠੀਕ ਹੈ। ਸੋ ਮੇਰੀ ਇਹੀ ਬੇਨਤੀ ਆ ਕਿ ਸਾਰੇ ਜਿਹੜੇ ਪੇਜਸ ਵਾਲੇ ਆ, ਸਾਡੀ ਸਪੋਰਟ ਜੇ ਤੁਸੀਂ ਨਹੀਂ ਕਰਨੀ ਚਾਹੁੰਦੇ ਹੈਗੇ ਨਾ ਕਰੋ, ਬਟ ਕਿਸੇ ਹੋਰ ਪੀਪਲ ਨੂੰ ਜਾਂ ਫਿਰ ਜਿੱਦਾਂ ਸਿਟੀਜ਼ਨ ਆ ਇੱਥੇ ਕੋਈ ਹੋਰ ਆ ਉਹਨਾਂ ਨੂੰ ਡੀਮੋਟੀਵੇਟ ਨਾ ਕਰੋ, ਸਾਡੇ ਨਾਲ ਖੜਨ ਦਿਓ। ਅਸੀਂ ਨਹੀਂ ਜਾਣਾ ਚਾਹੁੰਦੇ ਵਾਪਸ ਇੱਥੋਂ, ਨਾ ਹੀ ਅਸੀਂ ਇੰਡੀਆ ਜਾਣਾ ਚਾਹੁੰਦੇ ਆ। ਬਹੁਤ ਸੁਪਨੇ ਲੈ ਕੇ ਇੱਥੇ ਆਏ ਆ, ਤੇ ਮੈਂ ਤੇ ਪਰਸਨਲੀ ਸਾਰਿਆਂ ਦੇ ਹਾਲਾਤ ਹੈ ਕਿ ਕੋਈ ਰਾਜ ਨਹੀਂ ਹੁੰਦਾ ਇੰਡੀਆ ਉੱਥੇ ਬੈਠਾ, ਸਾਰੇ ਹੀ ਲੋਨ ਲੈ ਕੇ ਇੱਥੇ ਆਉਂਦੇ ਆ। ਸੋ ਕੋਈ ਨਹੀਂ ਜਾਣਾ ਚਾਹੁੰਦਾ ਹੈਗਾ ਵਾਪਸ। ਇਸ ਕਰਕੇ ਆਪਣੇ ਜਜ਼ਬਾਤਾਂ ਨਾਲ ਸੋਚੋ ਕਿ ਜੇ ਅੱਜ ਆਹ ਸਿਚੁਏਸ਼ਨ ਹੈ ਤਾਂ ਵਰਸਟ ਵੀ ਹੋ ਸਕਦੀ ਹੈ ਕੱਲ੍ਹ ਨੂੰ। help us. Thank you. Is what I want. Now I would like to invite Ekam on the stage. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਏਕਮ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਜਣੇ ਥੈਂਕਸ ਕਰਦੇ ਆ। ਮੈਂ ਵੀ ਥੈਂਕਸ ਕਰਦਾ ਜਿਹੜੇ ਬੰਦੇ PR ਜਾਂ ਸਿਟੀਜ਼ਨ ਜਾਂ ਕੰਮ ਛੱਡ ਕੇ 5 ਘੰਟੇ ਦੇ 4 ਘੰਟੇ ਦੇ 2 ਘੰਟੇ ਦੇ ਦਿਨੇ ਵੀ ਆਇਆ। ਇੱਕ ਵਾਰੀ ਪਲੀਜ਼ ਤਾੜੀਆਂ ਮਾਰ ਦਿਓ ਸਾਰੇ। ਦੂਜੀ ਗੱਲ, ਸਾਰਿਆਂ ਨੇ ਗੱਲ ਕਰ ਲਈ ਵੀ PNP ਲੱਗ ਜੂਗੀ, EOI 'ਚ ਪਈ ਆ ਫਾਈਲ, ਪੱਕੇ ਹੋਣਾ। ਮੈਂ ਇੱਕ ਗੱਲ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਪਹਿਲੀ ਵਾਰੀ ਇਕੱਠੇ ਹੋਏ ਆਪਾਂ ਬ੍ਰੌਡਵੇ ਦੇ ਬਿਲਡਿੰਗ ਦੇ ਮੂਹਰੇ, ਆਪਾਂ ਉਦੋਂ 200 ਜਾਂ 250 ਬੰਦਾ ਸੀ। ਅੱਜ 400 ਜਾਂ 450 ਹੋ ਗਿਆ, ਜਾਂ ਅਜੇ ਵੀ ਚਲੋ ਟਾਈਮ ਹੈਗਾ, ਹੋਰ ਵੀ ਆਉਂਦੇ ਹੋਣਗੇ ਸਾਡੇ ਦੋਸਤ ਮਿੱਤਰ। ਕੀ ਲੱਗਦਾ ਵੀ ਇਹ ਇੰਨਾ ਈਜ਼ੀ ਆ ਵੀ 200 ਬੰਦਾ ਉਦੋਂ ਆ ਗਿਆ, 400 ਬੰਦਾ ਉਦੋਂ ਆ ਗਿਆ, ਫਿਰ 600 ਆ ਗਿਆ, ਜਾਂ ਫਿਰ ਇੱਕ ਵਾਰੀ ਇਕੱਠੇ ਹੋ ਕੇ 1000 1500 ਜਾਂ 2000 ਦਾ ਇਕੱਠ ਕਰਨਾ? ਤੁਹਾਨੂੰ ਲੱਗਦਾ ਵੀ ਜਿਹੜੇ ਆਰਗੇਨਾਈਜ਼ ਕਰਦੇ ਆ, ਚਾਹੇ ਉਹ ਸਪੀਕਰ ਆ, ਚਾਹੇ ਖਾਲਸਾ ਏਡ ਵਾਲੇ ਆ, ਜਾਂ ਜਿਹੜੇ ਵੈਸਟ ਪਾ ਕੇ ਖੜੇ ਆ, ਜਾਂ ਜਿਹੜੇ ਸਰਵ ਕਰ ਰਹੇ ਆ, ਇਹ ਇੰਨਾ ਈਜ਼ੀ ਲੱਗਦਾ ਆ ਵੀ ਬੰਦੇ ਖੜੇ ਆ, ਚਲੋ ਕੋਈ ਨਹੀਂ ਖੜੇ ਹੀ ਆ, ਪਰ ਇਹਨਾਂ ਸਾਰਿਆਂ ਨੂੰ ਮੇਨਟੇਨ ਕਰਨਾ, ਆਰਗੇਨਾਈਜ਼ ਕਰਨਾ ਬਹੁਤ ਔਖੀ ਗੱਲ ਆ। ਇਹ ਸਾਰਿਆਂ ਚੀਜ਼ਾਂ ਦੀ ਵੈਲਿਊ ਕਰੋ। ਇੱਥੇ ਅਸੀਂ ਬੈਠੇ ਸਾਰੇ ਕਹੀ ਜਾਂਦੇ ਆ ਵੀ ਭਾਈ ਅਸੀਂ ਘਰਾਂ 'ਚ ਬੈਠੇ, ਘਰਾਂ 'ਚ ਬੈਠੇ, ਘਰਾਂ 'ਚ ਬੈਠੇ। ਮੈਨੂੰ ਕਹਿੰਦੇ ਨੂੰ ਸ਼ਰਮ ਆਉਂਦੀ ਆ ਵੀ ਮੇਰੇ ਵੀ 2-3 ਦੋਸਤ ਹੈਗੇ ਉਹ ਘਰੇ ਬੈਠੇ, ਮੈਂ ਸ਼ਰਮ ਆਉਂਦਾ ਇਹਦੇ ਵਿੱਚ। ਹੁਣ ਜੇ ਇੱਥੋਂ ਮੈਂ ਬੈਠਾ ਇੱਥੇ ਖੜਾ ਜਾਂ ਬਾਕੀ ਖੜੇ ਇੱਥੇ ਇਹ ਗੱਲ ਕਹਿੰਦੇ ਆ ਵੀ ਭਾਈ ਯਾਰ ਅਸੀਂ ਆਏ ਨਹੀਂ, ਘਰਾਂ 'ਚ ਬੈਠੇ, ਘਰਾਂ 'ਚ ਬੈਠੇ। ਅੱਜ ਦਾ ਦਿਨ ਹੋ ਗਿਆ 400 ਜਾਂ 500 ਘੱਟ ਹੋ ਗਿਆ, ਕੋਸ਼ਿਸ਼ ਕਰੋ ਇਹਦਾ ਡਬਲ ਕਰਨ ਜਾਂ ਟ੍ਰਿਪਲ ਕਰਨ, ਠੀਕ ਹੈ। ਮੈਂ ਸੀਰੀਅਸਲੀ ਥੈਂਕਸ ਕਰਦਾ ਸਾਰਿਆਂ ਦਾ। ਇਹ ਦੇਖਣ ਨੂੰ ਈਜ਼ੀ ਲੱਗਦਾ, ਬਟ ਜਦੋਂ ਇਕੱਲੇ ਬੰਦੇ ਨੂੰ ਆਰਗੇਨਾਈਜ਼ ਕਰਨਾ ਪਵੇ, ਇਹ ਵੀ ਕੰਮਾਂ ਤੇ ਜਾਂਦੇ ਆ, ਕੋਈ ਇਦਾਂ ਦਾ ਨਹੀਂ ਹੈਗਾ ਵੀ ਜਿਹਨੂੰ ਘਰ ਬੈਠੇ ਨੂੰ ਪੈਸੇ ਆ ਰਹੇ।
ਇਹ ਆਪਣਾ 8 ਘੰਟੇ ਦੀ 10 ਘੰਟੇ ਦੀ 12 ਘੰਟੇ ਦੀ ਸ਼ਿਫਟ ਤੋਂ ਬਾਅਦ ਦਾ ਟਾਈਮ ਕੱਢ ਕੇ ਆਰਗੇਨਾਈਜ਼ ਕਰਦੇ ਆ, ਉਹਦੀ ਵੈਲਿਊ ਕਰੀਏ। ਬਾਰ-ਬਾਰ ਇਕੱਠੇ ਨਹੀਂ ਹੁੰਦਾ। 400 ਹੋ ਜੂਗੇ, 500 ਹੋ ਜੂਗੇ। ਮੈਂ ਫੇਰ ਰਿਪੀਟ ਕਰਦਾ ਵੀ ਇੱਕ ਵਾਰੀ ਪਲੀਜ਼ ਇਕੱਠੇ ਹੋ ਜਾਓ, ਉਹਨਾਂ ਨੂੰ ਪਤਾ ਲੱਗੇ। ਸੈਕਿੰਡਲੀ ਜਿਹੜੇ ਆ ਹੇਟ ਵਾਲੀ ਗੱਲ ਕਰਦੇ ਆ ਵੀ ਬਾਈ ਤੁਸੀਂ ਸਿੱਧੇ ਆ ਜਾਂਦੇ ਇੱਥੇ, ਜਾਂ ਫਿਰ ਤੁਹਾਨੂੰ ਕਿਹਨੇ ਬੁਲਾਇਆ ਸੀ। ਯਾਰ ਇੱਥੇ ਕਿਸੇ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਇਹ ਗੱਲ ਨਹੀਂ ਹੈਗੀ। ਪਹਿਲੀ ਗੱਲ ਤਾਂ ਉਹਨੂੰ ਜਵਾਬ ਹੀ ਨਾ ਦਿਓ। ਜਵਾਬ ਦੇਣ ਦੀ ਉਹਨੂੰ ਲੋੜ ਨਹੀਂ ਹੈਗੀ ਵੀ ਬਾਈ ਤੈਨੂੰ ਪੁੱਛਿਆ ਕਿਸੇ ਨੇ। ਅਸੀਂ ਆਪਣੀ ਲੜਾਈ ਲੜ ਰਹੇ ਹਾਂ। ਅਸੀਂ ਪਹਿਲੀ ਗੱਲ ਇਹ ਗੱਲ ਤਾਂ ਸਿੱਧੀ ਦਿਮਾਗ 'ਚ ਪਾ ਲਓ ਵੀ ਸਾਡੀ ਰੇਸ ਨਹੀਂ ਹੈਗੀ ਕਿਸੇ ਨਾਲ। ਰੇਸ ਨਹੀਂ ਹੈਗੀ, ਸਾਡਾ ਹੱਕ ਆ। ਨਾ ਤਾਂ ਸਾਡੀ ਰੇਸ ਕਿਸੇ ਕਮਿਊਨਿਟੀ ਨਾਲ ਚੱਲ ਰਹੀ ਆ, ਨਾ ਉਹਨਾਂ ਨਾਲ ਚੱਲ ਰਹੀ ਜਿਹੜੇ ਸਿੱਧੇ ਇੱਥੇ ਆਏ, ਨਾ ਉਹਨਾਂ ਨਾਲ ਚੱਲ ਰਹੀ ਜਿਹਨਾਂ ਨੇ ਆਉਣਾ ਆ। ਕਿਸੇ ਨਾਲ ਰੇਸ ਨਹੀਂ। ਕੰਮ ਸਾਰੇ ਭਾਵੇਂ ਅੱਡ ਅੱਡ ਕਰਦੇ ਆ ਪਰ ਲੈਵਲ ਸਾਰਿਆਂ ਦਾ ਸੇਮ ਹੀ ਆ। ਅਸੀਂ ਕੰਮ ਰੋਕਣਾ ਜਾਂ ਹਨਾ ਵੀ ਪਤਾ ਲੱਗੇ ਲੋਕਾਂ ਨੂੰ ਵੀ ਸਾਨੂੰ ਕੋਈ ਪ੍ਰੋਬਲਮ ਆ, ਵੀ ਰੌਲਾ ਪਾਈਏ ਆਪਾਂ, ਵੀ ਇਹਦਾ ਮਤਲਬ ਐ ਨਹੀਂ ਵੀ ਛੁੱਟੀਆਂ ਲੈ ਕੇ ਆਪਾਂ ਵੀ ਕਹੀਏ ਪਹਿਲਾਂ 15 ਦਿਨ ਸਾਨੂੰ ਪਹਿਲਾਂ ਦੱਸ ਦਿਓ ਤੇ ਵੀ ਅਸੀਂ ਛੁੱਟੀਆਂ ਲੈ ਕੇ ਪ੍ਰੋਟੈਸਟ ਤੇ ਆਵਾਂਗੇ। ਵੀ ਆਪਣੇ ਜਿਵੇਂ ਆਪਣੇ ਘਰ ਦੇ ਵਿੱਚ ਕੁੜੀਆਂ ਕੋਈ ਬਿਮਾਰ ਹੋ ਜਾਂਦਾ ਵਾ, ਸਾਰੇ ਪਰਿਵਾਰ ਨੂੰ ਫਿਕਰ ਹੁੰਦਾ ਹੀ ਬੰਦਾ ਠੀਕ ਹੋ ਜੇ ਨਾ। ਉਵੇਂ ਹੀ ਆਪਣੇ ਹੁਣ ਇਹਦੇ ਪਰਿਵਾਰ ਦੇ ਵਿੱਚ ਪਰਿਵਾਰਾਂ ਨੂੰ ਰਹੀਦਾ ਆਪਾਂ ਘਰਾਂ 'ਚ, ਤੇ ਆਪਾਂ ਨੂੰ ਵੀ ਚਾਹੀਦਾ ਵੀ ਆਪਣੇ ਨਾਲ ਦੇ ਬੰਦੇ ਦੇ ਦੁੱਖ ਤਕਲੀਫ ਆ ਤੇ ਆਪਾਂ ਸਾਰੇ ਫੀਲ ਕਰੀਏ ਵੀ ਇੱਦਾਂ ਨਹੀਂ ਹੈਗਾ ਵੀ ਆਪਣਾ ਚੱਲੀ ਜਾਂਦਾ ਵਾ, ਆਪਾਂ ਚੰਗੇ ਕੰਮ ਤੇ ਬਈ ਕੋਈ ਨਹੀਂ ਤੇਰਾ ਵਾ, ਕੋਈ ਨਹੀਂ ਆਜੂ ਕਰਵਾਓ, ਹੁਣ ਨਹੀਂ ਆਉਣਾ 2 ਮਹੀਨੇ ਨੂੰ ਆਜੂਗਾ, ਐਲਾਂ ਵੀ ਲੈਣੀ ਆ, ਤੂੰ ਲੈਣੀ ਆ, ਮੈਂ ਨਹੀਂ ਲੈਣੀ ਹੈਗੀ। ਵੀ ਇਹ ਗੱਲਾਂ ਸਾਡੀਆਂ ਵਧੀਆ ਨਹੀਂ ਹੁੰਦੀਆਂ ਹੈਗੀਆਂ। ਤੇ ਬਸ ਆਹੀ ਗੱਲਾਂ ਕਰਨੀਆਂ ਸੀ ਫਿਰ ਇੱਕ ਦੋ ਵੀ ਆਪ ਦੇ ਘਰ 'ਚੋਂ ਜਿਹੜਾ ਵੀ ਬੰਦਾ ਹੈਗਾ ਸਾਰਿਆਂ ਨੂੰ ਨਾਲ ਲੈ ਕੇ ਆਓ, ਸਾਰੇ ਜਾਣੇ ਚਲੋ ਬਈ ਆਪਣਾ ਸਾਰਿਆਂ ਨੂੰ ਲੋੜ ਆ ਇਕੱਠੇ ਹੋਣ ਦੀ। ਧੰਨਵਾਦ। We are really thankful to Khalsa Aid for helping us in organizing the food, and we are thankful all the media which is present here today, and we are thankful to all the employers who are supporting us, and we are thankful to the immigration consultants who have joined us today, and are really thankful to the people who are helping as volunteers, and more another special thanks to Sabaj for arranging the speakers for us. And now I would like to call MP Singh from Voice of India to share some words today. बहुत ही प्यारे पुत्रों ते धीओ, मैं इस करके कह रहा कि मैं तुहाडे तो बहुत वड्डा उम्र विच। कनाडा विच कोई भी व्यक्ति भावें वो 50 साल पहला आया सी, 15 साल पहला आया सी, जां तुहाडे वांगू 2-3 साल पहला आया सी, उन्होंने इत्थे आके बहुत ज़्यादा घालना करनी पई, बहुत सख्त मेहनत करनी पई। ये गल किसी तो लुकी छिपी नहीं है। तुसीं जिथे भी रहिंदे हो, जे किसी दी बेसमेंट रहिंदे हो तो उन्हां कोलों पुछ के वेख लईओ, किसी अपार्टमेंट विच रहिंदे हो तो आंढी गुआंढी कोलों पुछ के वेख लईओ, जे किसी रिश्तेदार के घर रहिंदे तो उन्हां कोलों पुछ के वेख लईओ। तद लोकां विच इन्नी चेतना नहीं सी जिन्नी अज तुहाडे विच है। ये चेतना का नतीजा है तुसीं सारे इकट्ठे होकर अपनी आवाज़ बुलंद कर, सरकार के कन्ना तक आवाज़ पहुँचाने की कोशिश कर। किन्नी पहुँची है किन्नी नहीं पहुँची ये भी जिक्र करना जरूरी है। असीं अपने लोगों मीडिया वालों सारे के सारे मीडिया लोग भावें उसका नाम कोई नहीं हो, मेरे मीडिया का नाम वॉइस ऑफ इंडिया। असी कोशिश करते हैं कि तुहाडी आवाज़ संबंधित अधिकारियों तक, संबंधित लोगों तक पहुँचाई जाए। उहदे वास्ते असी तुहानूं इनविटेशन भी दिता है कि तुसीं आके स्टूडियो च गल करो। तुसीं लैजिस्लेचर बिल्डिंग के बाहर बहुत सख्त ठंड विच जदों स्नो पै रही सी, स्नो ब्लो हो रही सी, हवा बहुत तेज़ चल रही सी, ठंड बहुत सी, तुसीं कंब रहे सी, तुहाडे बुੱਲ नीले हो गए, तुहाडे हत्थां दे विच ਜਿਹੜੇ ਮੋਟੋ ਫੜੇ ਹੋਏ ਸੀ ਉਹ ਵੀ ਪ੍ਰੋਪਰ ਫੜੇ ਨਹੀਂ ਸੀ ਜਾ ਰਹੇ। ਤੁਸੀਂ ਉਦੋਂ ਉੱਥੇ ਸੰਘਰਸ਼ ਕਰਦਾ ਬਿਗਲ ਵਜਾਇਆ, ਕੋਸ਼ਿਸ਼ ਕੀਤੀ ਕਿ ਤੁਹਾਡੀ ਆਵਾਜ਼ ਜਿਹੜੇ ਅੰਦਰ ਬੈਠੇ ਲੈਜਿਸਲੇਚਰ ਬਿਲਡਿੰਗ ਵਿੱਚ ਸਾਡੇ ਚੁਣੇ ਹੋਏ ਨੁਮਾਇੰਦੇ ਉਹਨਾਂ ਦੇ ਕੰਨਾਂ ਤੱਕ ਪਹੁੰਚ ਸਕੇ। ਉਹਨਾਂ ਦੀ ਕੀ ਮਜਬੂਰੀ ਹੈ
ਇਹ ਤਾਂ ਉਹੀਓ ਜਾਣਦੇ ਆ, ਪਰ ਮੈਨੂੰ ਇਹ ਪਤਾ ਹੈ ਕਿ ਆਵਾਜ਼ ਪਹੁੰਚੀ ਜ਼ਰੂਰ ਹੈ। ਉਹ ਕੇਸਲ ਮਾਰ ਕੇ ਬੈਠੇ, ਜਾਣ ਬੁੱਝ ਕੇ ਕੰਨਾਂ ਨੂੰ ਬੰਦ ਕਰਕੇ ਬੈਠੇ, ਪਤਾ ਨਹੀਂ ਇਹਨਾਂ ਨੇ ਕੰਨਾਂ 'ਚ ਰੂੰ ਦਿੱਤਾ ਹੋਇਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਉਕਸਾ ਰਿਹਾ ਕਿ ਕੋਈ ਇੱਦਾਂ ਦਾ ਕਦਮ ਚੁੱਕੋ ਕਿ ਉਹ ਬਾਹਰ ਆ ਕੇ ਮਜਬੂਰ ਹੋ ਜਾਣ ਤੁਹਾਡੀ ਗੱਲ ਸੁਣਨ ਵਾਸਤੇ। ਮੈਂ ਇਹ ਨਹੀਂ ਕਹਿ ਰਿਹਾ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਨੂੰ ਆਪਣੇ ਸੰਘਰਸ਼ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕਰਨੀ ਪਏਗੀ। ਦੋ ਗੱਲਾਂ ਦਾ ਜ਼ਿਕਰ ਮੈਂ ਕਰਨਾ ਚਾਹੂੰਗਾ, ਇੱਕ ਇੰਡੀਆ ਦੇ ਸੰਘਰਸ਼ ਬਾਰੇ, ਇੱਕ ਮੈਨੀਟੋਬਾ ਵਿੱਚ ਵਿਨੀਪੈਗ ਦੇ ਸੰਘਰਸ਼ ਬਾਰੇ ਜਿਹੜਾ ਅਜੇ ਤਾਜ਼ਾ ਹੋਇਆ। ਕੈਨੇਡਾ ਦੀ ਗੱਲ ਬਾਅਦ 'ਚ ਕਰਾਂਗੇ, ਇੰਡੀਆ ਦੀ ਗੱਲ ਕਰ ਲਈਏ। ਕਿਸਾਨੀ ਸੰਘਰਸ਼ ਦੀ ਗੱਲ ਕਰੀਏ, ਕਿਸਾਨ ਸਾਰੇ ਇਕੱਠੇ ਹੋਏ ਸੀ, ਵੱਖਰੀਆਂ ਯੂਨੀਅਨਸ ਸੀਗੀਆਂ ਉਹਨਾਂ ਦੀਆਂ। ਪੰਜਾਬ ਵਿੱਚ ਹੀ 32-33 ਧੜੇ, ਪੂਰੇ ਇੰਡੀਆ ਵਿੱਚ 500 ਤੋਂ ਵੱਧ ਜਥੇਬੰਦੀਆਂ ਉਹਨਾਂ ਦੇ, 500 ਤੋਂ ਵੱਧ ਧੜੇ। ਉਹਨਾਂ ਦੇ ਆਪਸ ਵਿੱਚ ਵਿਰੋਧ ਹੋ ਸਕਦੇ, ਵਿਚਾਰਧਾਰਕ ਵਿਰੋਧ ਹੁੰਦੇ, ਲੜਾਈ ਹੋਰ ਕੋਈ ਨਹੀਂ ਹੁੰਦੀ, ਕਈ ਵਾਰੀ ਹੋਮੇ ਵੀ ਹੁੰਦੀ, ਪਰ ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਜਿਹੜੇ ਕਾਨੂੰਨਾਂ ਦੇ ਖਿਲਾਫ ਨਾਲ ਲੜਾਈ ਸ਼ੁਰੂ ਕੀਤੀ ਸੀ, ਉਹ ਕਾਨੂੰਨ ਸਰਕਾਰ ਨੂੰ ਵਾਪਸ ਲੈਣ। ਇਹ ਸਾਰਿਆਂ ਨੂੰ ਆਪਾਂ ਨੂੰ ਪਤਾ, ਸ਼ਾਇਦ ਤੁਸੀਂ ਉਸ ਵੇਲੇ ਉੱਥੇ ਸੀ ਜਾਂ ਉੱਥੋਂ ਦੇ ਮੀਡੀਆ ਨਾਲ, ਉੱਥੋਂ ਦੀਆਂ ਖਬਰਾਂ ਨਾਲ ਜੁੜੇ ਹੋਏ ਸੀ ਜਾਂ ਨਹੀਂ। ਜਿਹੜੇ ਜੁੜੇ ਹੋਏ ਸੀ ਉਹਨਾਂ ਨੂੰ ਪਤਾ। ਹੁਣ ਗੱਲ ਮੈਂ ਵਿਨੀਪੈਗ ਦੀ ਕਰਨੀ ਚਾਹੁੰਦਾ। ਵਿਨੀਪੈਗ ਵਿੱਚ ਇਸੇ ਸਮਰ ਜਿਹੜੀ ਲੰਘ ਕੇ ਗਈ ਹੈ, ਮੈਕਫਿਲਿਪਸ ਤੇ ਤੁਸੀਂ ਦੇਖਿਆ ਹੋਊਗਾ, ਮੈਕਫਿਲਿਪਸ ਲੇਲਾ ਕਾਰਨਰਸ ਤੇ ਕੁਝ ਲੋਕ ਹੱਥਾਂ ਵਿੱਚ ਤਖਤੀਆਂ ਫੜ ਕੇ ਲਗਾਤਾਰ 2 ਵਾਰੀ ਖੜੇ ਹੋਏ। ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਸਮੱਸਿਆ ਕੀ ਹੈ। ਉਹਨਾਂ ਨੇ ਆਪਣੀ ਸਮੱਸਿਆ, ਜਿਵੇਂ ਤੁਸੀਂ ਹੱਥਾਂ ਵਿੱਚ ਬੈਨਰ ਫੜੇ ਹੋਏ ਸੀ, ਮੋਟੋ ਫੜੇ ਸੀ, ਇਸੇ ਤਰ੍ਹਾਂ ਉਹਨਾਂ ਨੇ ਵੀ ਫੜੇ ਹੋਏ ਸੀ। ਉਹਨੇ ਲੋਕਾਂ ਨੂੰ ਵਿਖਾਇਆ, ਰਾਹ ਜਾਂਦਿਆਂ ਨੂੰ ਵਿਖਾਇਆ। ਰਾਹ ਜਾਂਦਿਆਂ ਨੇ ਉਹਨਾਂ ਦੀ ਪ੍ਰੋਬਲਮ ਨੂੰ ਜੈਨੂਇਨ ਸਮਝ ਕੇ ਉਹਨਾਂ ਦੇ ਹੱਕ ਵਿੱਚ ਹੌਰਨ ਵਜਾਏ। ਹੌਰਨ ਵਜਾਉਣਾ ਉਂਝ ਵੈਸੇ ਇੱਥੇ ਮਾੜੀ ਗੱਲ ਕਹੀ ਜਾਂਦੀ ਹੈ, ਪਰ ਹੌਰਨ ਇਸ ਗੱਲੋਂ ਵਜਾਉਣਾ ਉਹ ਸਮਝਿਆ ਜਾਂਦਾ ਕਿ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ। ਲੋਕਾਂ ਨੇ ਹੌਂਕ ਕੀਤਾ ਸੀ, ਕਹਿੰਦੇ ਹੌਂਕ ਕਰਕੇ ਉਹਨਾਂ ਨੇ ਲੋਕਾਂ ਦੀ ਸਪੋਰਟ ਕੀਤੀ ਤੇ ਇੱਥੋਂ ਦੀ ਮਿਊਨਿਸਪੈਲਿਟੀ ਨੂੰ, ਜਿਹੜੀ ਸਿਟੀ ਆਫ ਵਿਨੀਪੈਗ ਹੈ, ਉਹਨੂੰ ਮਜਬੂਰ ਹੋ ਕੇ ਉਹਨਾਂ ਦੀ ਮੰਗ ਮੰਨਣੀ ਪਈ। ਮੰਗਾਂ ਕੀ ਸੀ? ਸਭ ਤੋਂ ਪਹਿਲੀ ਮੰਗ ਤਾਂ ਉੱਥੇ ਸਟਰੀਟ ਦੇ ਉੱਤੇ ਲਾਈਟਾਂ, ਟ੍ਰੈਫਿਕ ਲਾਈਟਸ ਲਾਉਣ ਦੀ ਗੱਲ ਸੀ। ਤੁਸੀਂ ਸ਼ਾਇਦ ਜਿਹੜੇ ਇਸ ਨਾਰਥ ਵੈਸਟ ਏਰੀਆ 'ਚ ਰਹਿੰਦੇ ਹੋ ਜਾਂ ਇੱਥੋਂ ਨੂੰ ਜਾਣਦੇ ਹੋ, ਉਹਨਾਂ ਨੂੰ ਪਤਾ ਹੋਣਾ ਕਿ 15 ਦਿਨ ਦੇ ਵਿੱਚ ਲਾਈਟਾਂ ਲੱਗ ਗਈਆਂ ਸੀ। ਕਿਉਂ ਲੱਗ ਗਈਆਂ ਸੀ? ਕਿਉਂਕਿ ਲੋਕੀ ਸਾਰੇ ਇਕੱਠੇ ਸੀ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਘੱਟ ਇਕੱਠੇ ਹੋ, ਤੁਹਾਡਾ ਇਕੱਠ ਨਹੀਂ ਹੈ, ਇਕਜੁੱਟਤਾ ਨਹੀਂ ਹੈ, ਪਰ ਵਰਕ ਪਰਮਿਟ ਤੇ ਸਿਰਫ ਤੁਸੀਂ ਤਾਂ ਨਹੀਂ ਹੋਣਾ। ਕੋਸ਼ਿਸ਼ ਕਰੋ ਜਿਹੜੀਆਂ ਹੋਰ ਕੰਟਰੀਜ਼ ਤੋਂ ਆਏ ਹੋਏ ਤੁਹਾਡੇ ਵਰਗੇ ਧੀਆਂ ਪੁੱਤਰ ਨੇ ਸਾਡੇ, ਉਹਨਾਂ ਨੂੰ ਨਾਲ ਜੋੜੋ। ਸਮੱਸਿਆ ਉਹਨਾਂ ਦੀ ਵੀ ਉਨੀ ਹੈ, ਉਹ ਵੀ ਚਾਹੁੰਦੇ ਆ ਕਿ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ। ਸ਼ਾਇਦ ਉਹਨਾਂ ਦੇ ਆਗੂ ਉਨੇ ਤੇਜ਼ ਨਹੀਂ ਹੈ ਜਾਂ ਉਨੇ ਜੋਸ਼ੀਲੇ ਨਹੀਂ ਹੈ ਜਾਂ ਉਨੇ ਪਲੈਨਡ ਨਹੀਂ ਹੈ ਜਿੰਨੇ ਤੁਸੀਂ ਹੋ। ਤੁਸੀਂ ਵਧੀਆ ਤਰੀਕੇ ਦੇ ਨਾਲ ਜੋਸ਼ ਨੂੰ, ਹੋਸ਼ ਨਾਲ ਸੁਮੇਲ ਕਰਕੇ ਇਸ ਸੰਘਰਸ਼ ਨੂੰ ਚਲਾ ਰਿਹਾ। ਇਹਨੂੰ ਹੋਰ ਇਹਦਾ ਦਾਇਰਾ ਵਿਸ਼ਾਲ ਕਰੋ। ਇਹ ਮੇਰੀ ਨਿੱਜੀ ਰਾਏ ਆ, ਤੁਸੀਂ ਸਹਿਮਤ ਹੋਵੋ ਜਾਂ ਨਾ ਹੋਵੋ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਪਰ ਜੇ ਚੰਗਾ ਹੋਵੇ ਜੇ ਦੂਜੀ ਕਮਿਊਨਿਟੀਜ਼ ਦੇ ਲੋਕ ਵੀ ਤੁਹਾਡੀ ਸਪੋਰਟ ਵਿੱਚ ਆਉਣ, ਜਾਂ ਕਹਿ ਲਓ ਸਾਡੀ ਸਪੋਰਟ ਵਿੱਚ ਆਉਣ, ਤੁਸੀਂ ਸਾਡੇ ਬੱਚੇ ਹੋ, ਜੇ ਉਹ ਸਪੋਰਟ ਕਰਦੇ ਹੋ, ਤੁਹਾਡੀ ਸਪੋਰਟ ਕਰਦੇ ਹੋ, ਤੇ ਉਹ ਕੁਦਰਤੀ ਹੈ, ਉਹ ਮੇਰੀ ਜਾਂ ਮੇਰੇ ਵਰਗੇ ਤੁਹਾਡੇ ਹੋਰ ਨਾ ਅੰਕਲਾਂ ਦੀ ਵੀ ਹੋਵੇ। ਅਸੀਂ ਵੀ ਹੱਥ ਜੋੜਾਂਗੇ ਉਹਨਾਂ ਦੇ ਅੱਗੇ। ਜਿਸ ਤੱਕ ਮੀਡੀਆ ਦਾ ਸਵਾਲ ਹੈ, ਮੀਡੀਆ ਨੇ ਤੁਹਾਡਾ ਹੁਣ ਤੱਕ ਬਹੁਤ ਸਾਥ ਦਿੱਤਾ, ਦਿੰਦਾ ਰਹਿਣਾ। ਕਦੀ ਵੀ ਨੈਗੇਟਿਵ ਮਨ ਵਿੱਚ ਅਪਰੋਚ ਨਾ ਲਿਆਓ, ਨੈਗੇਟਿਵ ਗੱਲ ਲਿਆਓ ਹੀ ਨਾ ਕਦੇ, ਹਮੇਸ਼ਾ ਅੱਗੇ ਵੱਧਦੇ ਜਾਣਾ। ਬਹੁਤ ਸਾਰੇ ਮੈਂ ਸੁਣਦਾ ਸਵੇਰ ਤੋਂ, ਜਦੋਂ ਅਜੇ ਗਿਣਤੀ ਵਿੱਚ ਹੀ ਤੁਸੀਂ ਸੀਗੇ, ਮੇਰੇ ਖਿਆਲ 40-50 ਹੀ ਹੋਵੋਗੇ, ਉਦੋਂ ਤੋਂ ਇੱਥੇ ਹੁਣ ਤੁਸੀਂ ਮੇਰੇ ਖਿਆਲ ਸ਼ਾਇਦ ਚੰਦ ਚਿਹਰਾ ਹੀ ਖਾਲੀ ਹੋਣਗੀਆਂ, ਬਾਕੀ ਥਾਵਾਂ ਤੇ ਤੁਸੀਂ ਸਾਰੇ ਹੀ ਵੱਡੀ ਗਿਣਤੀ 'ਚ ਪਹੁੰਚੇ ਹੋ। ਕੁਛ ਹੋ ਸਕਦਾ ਬਾਹਰ ਖੜੇ ਹੋਣ, ਕੁਛ ਹੋ ਸਕਦਾ ਆਪਦੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਰਹੇ ਹੋਣ ਵੀ ਹੁਣ ਤਾਂ ਆ ਜਾ। ਜ਼ਰੂਰੀ ਨਹੀਂ ਕਿ ਸਾਰਿਆਂ ਨੇ ਨਹੀਂ ਆਉਣਾ ਹੁੰਦਾ, 100% ਨਹੀਂ ਆਉਣਾ ਹੁੰਦਾ। ਜਦੋਂ ਕੋਈ ਤਰਹਾਨਾ ਬਣਾਉਣ ਦੇ ਲਈ ਮੁਲਾਜ਼ਮ ਸਫਾਈ ਕਰਦੇ, ਤੁਹਾਨੂੰ ਪਤਾ ਹੈ ਪੁਲਿਸ ਵਾਲੇ ਨਹੀਂ ਕਰਦੇ, ਤਰਹਾਨਾ ਜ਼ਰੂਰੀ ਨਹੀਂ ਕਰਦੇ, ਪੁਲਿਸ ਵਾਲੇ ਨਹੀਂ ਕਰਦੇ, ਉਹਨਾਂ ਦੀ ਕੋਈ ਜ਼ਰੂਰੀ ਨਹੀਂ, ਉਹਨਾਂ ਦਾ ਕੋਈ ਆਪਣਾ ਕੰਮ ਕਰਨ ਦਾ ਤਰੀਕਾ ਹੈ। ਰੌਲਾ
ਡਾਂਗਾ ਖਾਣ ਨੂੰ ਟੀਚਰ ਹੋਣ ਜਾਂ ਬਿਜਲੀ ਵਾਲੇ ਮੁਲਾਜ਼ਮ ਹੋਣ ਜਾਂ ਰੋਡਵੇਜ਼ ਵਾਲੇ ਹੋਣ, ਤਨਖਾਹਾਂ ਜਦੋਂ ਵਧੀਆਂ ਸਾਰਿਆਂ ਦੀਆਂ ਵਧੀਆਂ। ਜਦੋਂ ਇਹ ਫਾਇਦਾ ਹੋਣਾ ਸਾਰਿਆਂ ਨੂੰ ਹੋਣਾ, ਤੁਹਾਨੂੰ ਇਸ ਹਾਲ ਵਿੱਚ ਬੈਠਿਆਂ ਇਕੱਲਿਆਂ ਨੂੰ ਨਹੀਂ ਹੋਣਾ। ਤੁਸੀਂ ਉਹਨਾਂ ਨੂੰ ਸਾਥ ਉਹਨਾਂ ਦਾ ਵੀ ਲੈ ਲਓ, ਉਹਨਾਂ ਨੂੰ ਇਹ ਗੱਲ ਸਮਝਾ ਲਓ। ਬਹੁਤ ਸਾਰੇ ਧੀਆਂ ਪੁੱਤਰ ਆਏ ਨਹੀਂ ਅੱਜ, ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਖੌਫ ਹੈ ਕਿ ਜੇ ਮੈਂ ਅੱਜ ਦਾ ਦਿਨ ਕੰਮ ਤੋਂ ਛੁੱਟੀ ਕਰ ਲਈ ਤੇ ਹੋ ਸਕਦਾ ਮੇਰਾ ਐਮਪਲੋਇਰ ਜਿਹੜਾ ਉਹ ਨਾਰਾਜ਼ ਹੋ ਜਾਵੇ, ਮੇਰੀ ਫਾਈਲ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ। ਹੋ ਸਕਦਾ ਕੋਈ ਸੰਕੀਰਨ ਐਮਪਲੋਇਰ ਇੱਦਾਂ ਦੇ ਵੀ ਹੋਣ, ਪਰ ਮੈਜੋਰਿਟੀ ਚੰਗਿਆਂ ਦੀ ਉਹ ਸਾਥ ਦਿੰਦੇ, ਉਹਨਾਂ ਨੂੰ ਵੀ ਪਤਾ ਹੈਗਾ। ਜੇ ਤੁਸੀਂ ਹਫ਼ਤੇ 'ਚ ਇੱਕ ਦਿਨ ਛੁੱਟੀ ਕਰਦੇ ਹੋ, ਤੁਹਾਨੂੰ ਇਸ ਅੱਜ ਵਾਲੇ ਪ੍ਰੋਟੈਸਟ ਦਾ ਪਹਿਲਾਂ ਹੀ ਪਤਾ ਸੀ, ਤੁਸੀਂ ਆਪਣੇ ਐਮਪਲੋਇਰ ਨੂੰ ਕਹਿ ਸਕਦੇ ਸੀ ਕਿ ਮੈਨੂੰ ਇਸ ਦਿਨ ਸੰਡੇ ਨੂੰ ਜਾਂ ਮੰਡੇ ਨੂੰ ਇੱਕ ਦਿਨ ਦੀ ਜਾਂ ਅੱਧੇ ਦਿਨ ਦੀ ਜਾਂ 2 ਘੰਟੇ ਦੀ 4 ਘੰਟੇ ਦੀ ਛੁੱਟੀ ਦਿੱਤੀ ਜਾਵੇ, ਤੇ ਉਹ ਸ਼ਾਇਦ ਨਾ ਆਉਣ। ਹੁਣ ਗੱਲ ਰਹਿ ਗਈ ਇਸ ਸੰਘਰਸ਼ ਦਾ ਪੜਾਅ ਜਿਹੜਾ ਹੈ, ਇਹ ਇੱਕ ਵਿਸ਼ਾਲ ਪੜਾਅ 'ਤੇ ਪਹੁੰਚ ਚੁੱਕੇ ਹਾਂ। ਤੁਸੀਂ 2 ਦਿਨ ਲੰਬਾ ਸੰਘਰਸ਼ ਚਲਾਉਣਾ ਸੌਖਾ ਨਹੀਂ। ਮੈਂ ਤੁਹਾਨੂੰ ਨਿਰਾਸ਼ ਨਹੀਂ ਕਰ ਰਿਹਾ, ਪਰ ਅੱਗੇ ਤੋਂ ਕੋਸ਼ਿਸ਼ ਕਰੋ ਕਿ 2 ਦਿਨ ਦੀ ਬਜਾਏ 2 ਘੰਟੇ ਇਕੱਠੇ ਹੋ। ਇੱਥੋਂ ਸ਼ਾਇਦ ਕਿਸੇ ਇੱਕ ਨੌਜਵਾਨ ਨੇ ਗੱਲ ਕੀਤੀ ਸੀ ਕਿ ਰੂਟ 90 ਬੰਦ ਕਰ ਦਿੱਤੀ ਜਾਵੇ ਤਾਂ ਸਰਕਾਰ ਦੇ ਸੀ ਉਹਨਾਂ ਨੂੰ ਮਨਾ ਲਾਉਂਦੇ ਜਾਂ ਮਜਬੂਰ ਕਰਦੇ। ਤੁਸੀਂ ਸੜਕਾਂ 'ਤੇ ਰੋਕ ਸਕਦੇ, ਸੜਕਾਂ 'ਤੇ ਖਲੋ ਕੇ ਪ੍ਰੋਟੈਸਟ ਕਰ ਸਕਦੇ। ਇਸ ਤਰੀਕੇ ਦੀ ਅਪਰੋਚ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇਹ ਤੁਸੀਂ ਕਰੋਗੇ ਇਸ ਤਰੀਕੇ ਨਾਲ ਤੇ ਮੀਡੀਆ ਤੁਹਾਡੀ ਆਲਵੇਜ਼ ਸਪੋਰਟ ਕਰੇਗਾ। ਮੀਡੀਆ ਸਰਕਾਰ ਨੂੰ ਕਹੇਗਾ ਕਿ ਇਹ ਸਾਡੇ ਧੀਆਂ ਪੁੱਤਰ ਨੇ ਇਹ ਪੀਸਫੁਲ ਪ੍ਰੋਟੈਸਟ ਕਰ ਰਹੇ, ਇਹਨਾਂ ਦੀਆਂ ਮੰਗਾਂ ਵੀ ਜੈਨੂਇਨ ਹੈਗੀਆਂ, ਤੁਸੀਂ ਇਹਨਾਂ ਨੂੰ ਧਿਆਨ ਕਿਉਂ ਨਹੀਂ ਦਿੰਦੇ? ਇੱਕ ਹੋਰ ਗੱਲ, ਪਤਾ ਨਹੀਂ ਤੁਸੀਂ ਕੋਈ ਕਮੇਟੀ ਬਣਾਈ ਹੈ ਜਾਂ ਨਹੀਂ ਬਣਾਈ, ਮੈਂ ਚਾਹੂੰਗਾ ਤੁਸੀਂ ਕਮੇਟੀ ਬਣਾ ਲਈ ਜਾਵੇ, ਛੋਟੀ 10-15 ਮੁੰਡੇ ਕੁੜੀਆਂ ਤੁਸੀਂ ਹੋਵੋ, ਤੁਹਾਡੀ ਕਮੇਟੀ ਹੋਵੇ, ਉਹ ਪਲੈਨਿੰਗ ਕਰੇ ਕਿ ਇਸ ਸੰਘਰਸ਼ ਨੂੰ ਅੱਗੇ ਕਿਵੇਂ ਲਿਜਾਣਾ। ਇਹ ਨਾ ਹੋਵੇ ਕਿ ਤੁਸੀਂ 2 ਦਿਨ ਦੀ ਇਸ ਲੜਾਈ ਤੋਂ ਅੱਕ ਜਾਓ, ਫਿਰ ਥੱਕ ਜਾਓ ਤੇ ਫਿਰ ਘਰ ਬੈਠ ਜਾਓ ਤੇ ਬੜੇ ਬਣਾਏ ਕੁਛ ਨਾ। ਅੱਗੇ ਵਧਣਾ ਚਾਹੀਦਾ, ਪਲੈਨਿੰਗ ਕਰੋ, ਅੱਜ ਹੀ ਅਨਾਉਂਸ ਕਰੋ, ਜਦ ਚਲੋ ਕੱਲ ਤੱਕ ਅਨਾਉਂਸ ਕਰ ਦਿਓ ਕਿ ਸਾਡਾ ਅਗਲਾ ਪੜਾਅ ਕੀ ਹੋਊਗਾ। ਜਿਵੇਂ ਮੈਂ ਸਲਾਹ ਦਿੱਤੀ ਹੈ ਕਿ ਕਿਸੇ ਇੱਕ ਚੌਂਕ ਵਿੱਚ, ਨਾਰਥ ਵੈਸਟ ਵਿੱਚ ਵੀ ਹੋ ਸਕਦੇ, ਤੁਸੀਂ ਸਾਊਥ ਈਸਟ ਵਿੱਚ ਵੀ ਹੋ ਸਕਦੇ ਹੋ, ਕਿਸੇ ਵੀ ਜਗ੍ਹਾ ਤੁਸੀਂ ਇਕੱਠੇ ਹੋ ਕੇ ਜਾਂ 2 ਜਗ੍ਹਾ ਵੀ ਡੈਜ਼ਿਗਨੇਟ ਕੀਤੀਆਂ ਜਾ ਸਕਦੀਆਂ, ਚੁਣੀਆਂ ਜਾ ਸਕਦੀਆਂ, ਉੱਥੇ ਜਾ ਕੇ ਡੈਮੋਨਸਟ੍ਰੇਸ਼ਨ ਕਰੋ, ਲੋਕਾਂ ਨੂੰ ਅਟਰੈਕਟ ਕਰੋ, ਲੋਕਾਂ ਨੂੰ ਦਿਖਾਓ ਆਪਣੀ ਜਿਹੜੇ ਬੈਨਰ ਬਣਾਏ ਹੈਗੇ ਆ ਉਹ ਤੁਹਾਨੂੰ ਹੌਂਕ ਕਰਨ, ਉਹ ਗੱਲ ਸਰਕਾਰ ਤੱਕ ਪਹੁੰਚੇ। ਹੁਣ ਤੱਕ ਮੈਨੂੰ ਨਹੀਂ ਪਤਾ ਕਿ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਤੱਕ ਪਹੁੰਚ ਕੀਤੀ ਜਾਂ ਨਹੀਂ ਕੀਤੀ। ਤੁਸੀਂ ਉਸ ਦਿਨ ਲੈਜਿਸਲੇਟਿਵ ਬਿਲਡਿੰਗ ਦੇ ਬਾਹਰ ਖੜੇ ਹੋਏ ਸੀ, ਤੁਸੀਂ ਉਸ ਦਿਨ ਕੋਈ ਮੈਮੋਰੰਡਮ ਦਿੱਤਾ ਜਾਂ ਨਹੀਂ ਦਿੱਤਾ, ਇਹ ਵੀ ਮੈਨੂੰ ਨਹੀਂ ਪਤਾ। ਤੁਸੀਂ ਦੱਸ ਸਕਦੇ ਹੋ, ਜਾਂ ਪ੍ਰਬੰਧਕ ਜਿਹੜੇ 2-4-10 ਤੁਸੀਂ ਮੋਹਰੇ ਹੋ ਕੇ ਕੰਮ ਕਰਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਦੱਸ ਦੇਣਾ ਚਾਹੀਦਾ। ਜੇ ਇਸ ਤਰ੍ਹਾਂ ਨਹੀਂ ਹੋਇਆ ਤਾਂ ਇੱਦਾਂ ਕਰ ਲੈਣੀ ਚਾਹੀਦੀ। ਇਮੀਗ੍ਰੇਸ਼ਨ ਮਿਨਿਸਟਰ ਕੋਲੋਂ ਟਾਈਮ ਲੈ ਲੈਣਾ ਚਾਹੀਦਾ, ਉਹਨੂੰ ਮਜਬੂਰ ਕਰਨਾ ਚਾਹੀਦਾ ਕਿ ਉਹ ਤੁਹਾਡੀ ਗੱਲ ਸੁਣੇ, ਤੁਹਾਡੇ ਕੋਲ ਆਵੇ ਜਾਂ ਤੁਹਾਨੂੰ ਆਪਣੇ ਕੋਲ ਸੱਦੇ। ਉੱਥੇ ਜਾ ਕੇ ਜਿੰਨਾ ਚਿਰ ਤੁਸੀਂ ਲੀਗਲ ਲੀਗਲ ਤਰੀਕੇ ਨਹੀਂ ਅਪਣਾਉਂਦੇ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ, ਗੱਲ ਬਣਨ ਦੇ ਚਾਂਸਸ ਘੱਟ ਹੈ। ਗੱਲ ਤਾਂ ਹੀ ਬਣਨੀ ਹੈ, ਇੱਕ ਹੁਣ ਆਮ ਤੌਰ ਤੇ ਕਹਿੰਦੇ ਤੁਸੀਂ ਈਮੇਲ ਪਾ ਦਿਓ, ਈਮੇਲ ਬਿਟਵੀਨ 2 ਪਰਸਨ, ਮੈਂ ਤੁਹਾਨੂੰ ਈਮੇਲ ਕਰਨਾ, ਉਹ ਮੇਰੇ ਵੱਲੋਂ ਗਈ ਤੇ ਤੁਹਾਡੇ ਤੱਕ ਪਹੁੰਚ ਗਈ, ਤੁਸੀਂ ਆਨਸਰ ਉਹਦਾ ਕਰੋ ਜਾਂ ਨਾ ਕਰੋ, ਤੁਹਾਡੇ ਤੇ ਡਿਪੈਂਡ ਕਰਦਾ। ਪਰ ਜਦੋਂ ਤੁਸੀਂ ਇਸ ਤਰੀਕੇ ਨਾਲ ਮੀਡੀਆ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਆਪਣੀ ਗੱਲ ਚੁੱਕਦੇ ਹੋ, ਆਵਾਜ਼ ਚੁੱਕਦੇ ਹੋ, ਤੇ ਉਹਨਾਂ ਨੂੰ ਮਜਬੂਰ ਹੋ ਕੇ ਉਸ ਗੱਲ ਨੂੰ ਆਨਸਰ ਕਰਨਾ ਪੈਂਦਾ। ਮੈਨੂੰ ਲੱਗਦਾ ਮੈਂ ਜ਼ਿਆਦਾ ਵਿਸਥਾਰ ਨਾਲ ਗੱਲ ਕਰ ਗਿਆ। ਜਿੰਨੀਆਂ ਕੁ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ, ਮੇਰੇ ਬੱਚੇ ਤੁਸੀਂ ਉਹ ਵੱਡਾ ਸਮਝ ਕੇ ਆਪਣੇ ਕੋਲ ਰੱਖ ਲਓ, ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਨਹੀਂ ਚੰਗੀਆਂ ਲੱਗੀਆਂ ਤੇ ਮੈਂ ਕਹਿਣਾ ਚਾਹੁੰਦਾ। ਥੈਂਕ ਯੂ। ਥੈਂਕ ਯੂ ਐਮਪੀ ਸਿੰਘ ਜੀ ਫਰਮ ਵਾਇਸ ਆਫ ਇੰਡੀਆ, ਸਾਨੂੰ ਬਹੁਤ ਵਧੀਆ ਸੁਝਾਅ ਦਿੱਤੇ ਨੇ।